स्वागत जी आयां प्यार भरी सत श्री अकाल। पंजाब वन टीवी ते चल रहा प्रोग्राम जिसका नाम है खरियां कोटियां। मैं हाँ कमलप्रीत कौर ते मैं हरीना सुमन। सो कमल जी तुहाडा भी बहुत बहुत स्वागत। बड़िया स्माइलां दे दे के किद्दां स्वागत नूं सिੱਟੀ ਜਾਂਦੇ पे हो। प्यार ना बुला लो की गल है। प्यार नहीं बुलाया ਹੁਣ ਮੈਂ ਦੇਖ ਲਓ ਇੰਨਾ ਪਿਆਰ ਨਾਲ ਤੁਹਾਡਾ ਸਵਾਗਤ ਕੀਤਾ ਤੇ ਜਦੋਂ ਪਹਿਲਾਂ ਮੈਂ ਗੁੱਸੇ ਹੁੰਦੀ ਸੀ ਉਦੋਂ ਵੀ ਤੁਸੀਂ ਗੁੱਸੇ ਸੀ ਕਿ ਮੈਨੂੰ ਗੁੱਸੇ ਹੋ ਰਹੇ ਆ ਤੇ ਜੇ ਹੁਣ ਮੈਂ ਪਿਆਰ ਨਾਲ ਬੁਲਾਇਆ ਤਾਂ ਵੀ ਤੁਸੀਂ ਗੁੱਸੇ ਹੋ ਰਹੇ ਹੋ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਤੁਸੀਂ ਗੁੱਸੇ ਹੈ ਕਿਉਂ ਸੀ। ਹੁਣ ਰੀਜ਼ਨ ਦੱਸਿਆ ਜਾਵੇ। ਤੁਸੀਂ ਲੇਟ ਇੰਨਾ ਜ਼ਿਆਦਾ ਹੋ ਗਿਆ ਸੀ ਤੇ ਮੈਂ ਇੱਥੇ ਸੈੱਟ ਤੇ ਬੈਠੀ ਤੁਹਾਡਾ ਇੰਤਜ਼ਾਰ ਕਰੀ ਜਾਵਾਂ। ਤੁਹਾਨੂੰ ਪਤਾ ਵੀ ਜਦੋਂ ਫਿਰ ਬੰਦਾ ਕਿਸੇ ਦਾ ਇੰਤਜ਼ਾਰ ਕਰਦਾ ਫਿਰ ਗੁੱਸਾ ਤਾਂ ਆਉਣਾ ਸ਼ੁਰੂ ਹੋ ਜਾਂਦਾ ਨਾ। पर मैं भी की करती हूँ रास्ते च इन्ना ट्रैफिक जाम सीगा। अज तुहानूं पता उदा भी छुट्टी दे दिन करके ना संडे बहुत ज़्यादा रश हुंदा हैगा। भावें कि उस टाइम उत्ते स्कूलों कालजां विच बच्चिआं ने नहीं जाना हुंदा, कंमां कारां ते नहीं जाना हुंदा, पर फिर भी अज पता नहीं क्यों रश सीगा। मैनूं आप नहीं खुद ना समझ लगे। मसां बस मिली आ, बस मिली ते मिली वो रास्ते दे विच किसी दे नाल टकरा गई, टकराई भी नहीं हैगी बस। ते एवें मोरे गड्डी वाला कही जावे 30,000 दा नुकसान होया, 40,000 दा नुकसान होया, तू भर। ते वो सीगे अपने PRTC बस सीगी ते वो सरकारी मुलाजम कहंदे मैं क्यों भरा इन्ना नुकसान, तेरा होया ही नहीं, तू दिखा केड़ा नुकसान। बस उत्थे ही बहस वसाई करदे करदे मेरा अद्धा घंटा खराब हो गया। उतरी बस दे विचों ऑटो कराया, फिर बस स्टैंड गई, बस स्टैंड तो करवा के फिर बस इत्थे आई। फिर तो तुसीं पुछो ना किन्ने खज्जल खुआर होई आ मैं। ते तां करके फिर मैं हो गई, मैं इहदे लई माफी चाहनी आ कि लेट हो गई आ मैं। चलो कोई नहीं, गल हो जाती आ ਸਹਿਣਸ਼ੀਲਤਾ ਦੀ ਹੈ ਨਾ। ਜਿੱਦਾਂ ਹੁਣ ਮੈਨੂੰ ਸੀ ਮੇਰੇ ਵਿੱਚ ਵੀ ਸਹਿਣਸ਼ੀਲਤਾ ਉਹੋ ਜਿਹੀ ਨਹੀਂ ਰਹੀ। ਫਿਰ ਮੈਨੂੰ ਵੀ ਖਤਮ ਹੁੰਦੀ ਲੱਗੀ ਵੀ ਕਮਲ ਲੇਟ ਹੋਈ ਗਏ ਆ ਤੇ ਆਏ ਨਹੀਂ ਹੈਗੇ, ਮੈਂ ਇੰਤਜ਼ਾਰ ਕਰੀ ਜਾ ਰਹੀ ਆ ਨਾ, ਇਹ ਚੀਜ਼ਾਂ ਹੋ ਜਾਂਦੀਆਂ। ਹੁਣ ਉਹਨਾਂ ਬੰਦਿਆਂ ਵਿੱਚ ਵੀ ਸੇਮ ਉਹੀ ਗੱਲ ਆਈ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਛੋਟੀ ਜਿਹੀ ਗਲਤੀ, ਕਮੀ ਕਿੱਥੇ ਸਾਡੀ ਸਹਿਣਸ਼ੀਲਤਾ ਦੀ ਕਮੀ ਹੈ ਸਾਡੇ ਵਿੱਚ। ਅਸੀਂ ਕਿਸੇ ਦੀ ਗੱਲ ਨੂੰ ਸਮਝਦੇ ਹੀ ਨਹੀਂ ਹੈਗੇ ਹਨਾ ਕਿ ਵੀ ਚਲੋ ਜੇ ਗੱਡੀ ਟਕਰਾ ਗਈ ਹੈਗੀ ਆ ਨਾਲ ਤੇ ਇੰਨਾ ਵੱਡਾ ਨੁਕਸਾਨ ਨਹੀਂ ਹੋਇਆ ਤੇ ਅਸੀਂ ਕੋਈ ਇਸ਼ੂ ਹੀ ਨਾ ਕ੍ਰੀਏਟ ਕਰੀਏ। देखो वो एक बंदे दी गलती करके किन्नियां सवारियां नूं सफर करना पिया। हाँ बिल्कुल बहुत ज़्यादा। कई लोग विच कहण कि असीं हॉस्पिटल जाना, कई कहण कि मेरे घर दे विच मेरे बच्चे इकल्ले ने, मैं उन्हां कोल जाना, कई कोई कुछ कहे कोई कुछ कहे, पर है वो छड्डे। ईवन वो सामने वाले जिहदे ने गड्डी टकरा गई सी उहदे नाल कुछ मुंडे जिहड़े उतर के उन्हां ने कहा भी कि भाजी रिक्वेस्ट आ हुण रास्ते विच असीं जिੱਥੇ खड़े आ ना ते इत्थे कोई बस रुकणी हैगी आ, किते 5-7 किलोमीटर जाके बस स्टैंड हैगा है ना, फिर ਅਸੀਂ ਫਿਰ ਵਾਪਸ ਜਾਵਾਂਗੇ। ਉੱਥੇ ਵੀ ਰਾਸਤੇ ਸਾਨੂੰ ਆਟੋ ਮਿਲਣਗੇ ਤਾਂ ਤੁਹਾਨੂੰ ਪਤਾ GT ਰੋਡ ਤੇ ਆਟੋ ਇੰਨੇ ਚੱਲਦੇ ਵੀ ਨਹੀਂ ਹੈਗੇ ਹੈ ਨਾ। ਸੋ ਉਹ ਕਰਕੇ ਮਤਲਬ ਇੰਨਾ ਹੋਇਆ ਤੇ ਉਹ ਮੋਰੇ ਹੋਰ ਮਤਲਬ ਭੜਕੀ ਜਾਵੇ, ਗੁੱਸੇ ਨਾਲ ਲਾਲ ਹੋਈ ਜਾਵੇ ਤੇ ਫਿਰ ਉਹੀ ਆਵੇ ਕਿ ਸਹਿਣਸ਼ੀਲਤਾ ਵਾਲੀ ਕੋਈ ਗੱਲ ਹੀ ਨਹੀਂ। ਜਦ ਨੁਕਸਾਨ ਨਹੀਂ ਹੋਇਆ ਸ਼ੁਕਰ ਕਰੋ, ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ, ਜਾਨ ਦਾ ਨੁਕਸਾਨ ਨਹੀਂ, ਮਾਲ ਦਾ ਨੁਕਸਾਨ ਨਹੀਂ, ਫਿਰ ਤੁਸੀਂ ਜਾਣ ਦਿਓ। ਬਸ ਮੋਰੇ ਉਹ ਅੰਕਲ ਜੀ ਗੁੱਸੇ ਨਾਲ ਬੋਲ ਪਏ ਤੇ ਬਸ ਉਹ ਬੱਚੇ ਕਹਿੰਦੇ ਕਿ ਅਸੀਂ ਕਿਉਂ ਸਹੀ ਹੈ, ਇੰਨੀ ਗੱਲ ਸਾਨੂੰ ਕਹਿ ਕਿੱਦਾਂ ਗਿਆ ਕੋਈ ਬੰਦਾ ਆਣ ਕੇ ਸਾਨੂੰ ਗਲਤੀ ਉਹਦੇ ਚ ਆਏ, ਇੱਕ ਦੂਸਰੇ ਉੱਤੇ ਗਲਤੀ ਸਿੱਟੀ ਜਾਣ। ਪਰ ਉਹ ਇਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦੇ ਸੀ ਨਾ, ਉਹਨਾਂ ਚ ਇਹ ਭਾਵਨਾ ਸੀ ਕਿ ਅਸੀਂ ਸੌਟ ਆਊਟ ਕਰ ਦਈਏ ਮਸਲਾ ਹੈ ਨਾ। ਸੋ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੁੰਦਾ ਕਿ ਬਹੁਤ ਸਾਰੇ ਸਾਡੀ ਜ਼ਿੰਦਗੀ ਦੇ ਵਿੱਚ ਗਾਹੇ ਵਗਾਹੇ ਸਾਨੂੰ ਕੁਛ ਇੱਦਾਂ ਦੇ ਇਨਸੀਡੈਂਟ ਮਿਲ ਜਾਂਦੇ ਨੇ ਜਿੱਥੇ ਸਹਿਣਸ਼ੀਲਤਾ ਹੁੰਦੀ ਨਹੀਂ, ਸਹਿਣ ਸ਼ਕਤੀ ਬਿਲਕੁਲ ਹੀ ਤੁਹਾਡੀ ਜ਼ੀਰੋ ਲੱਗਦੀ ਹੈਗੀ ਆ। ਕਿਸੇ ਦੇ ਨਾਲ ਆਪਾਂ ਉੱਦਾਂ ਹੀ ਵੈਸੇ ਟਕਰਾ ਜਾਂਦੇ ਹੈਗੇ। ਕੋਈ ਸਬਜ਼ੀ ਵਾਲਾ ਮਿਲ ਜਾਂਦਾ ਆ, ਉਹਨੇ ਰੇੜੀ ਫਸਾ ਲਈ ਰਾਸਤੇ ਵਿੱਚ, ਆਪਾਂ ਉਹਨੂੰ ਬੋਲਣ ਲੱਗ ਪੈਂਦੇ, ਪਿੱਛੇ ਪਤਾ ਨਹੀਂ ਜਾਮ ਕਿੰਨਾ ਲੱਗ ਗਿਆ, ਰੈੱਡ ਲਾਈਟ ਹੋਈਆਂ ਹੁੰਦੀਆਂ ਨੇ, ਉੱਥੇ ਹੌਰਨ ਤੇ ਹੌਰਨ, ਹੌਰਨ ਤੇ ਹੌਰਨ। ਵੀ ਭਾਈ ਚੰਗਿਓ ਲੋਕੋ, ਤੁਸੀਂ ਤੁਹਾਨੂੰ ਰੱਬ ਨੇ 2 ਅੱਖਾਂ ਦਿੱਤੀਆਂ ਨੇ, ਦੇਖ ਲਓ ਤੁਸੀਂ ਰੈੱਡ ਲਾਈਟ ਹੋਈ ਹੈ, ਕਿਉਂ ਹੌਰਨ ਤੇ ਹੌਰਨ ਮਾਰੀ ਜਾ ਰਹੇ ਹੋ। ਵੀ ਹਾਂ ਠੀਕ ਹੈ, ਜੇ ਤਾਂ ਪਿੱਛੇ ਕੋਈ ਐਂਬੂਲੈਂਸ ਆਂਦੀ ਹੋਵੇ ਜਾਂ ਫਾਇਰ ਬ੍ਰਿਗੇਡ ਦੀ ਹੋਵੇ ਫਿਰ ਤਾਂ ਉਹ ਜੰਪ ਕਰੇ ਵੀ ਲਾਈਟ ਹੈ ਨਾ, ਔਰ ਉਹਨੂੰ ਰਾਸਤਾ ਵੀ ਦਿਓ ਤੁਸੀਂ। ਮਤਲਬ ਇਦਾਂ ਦੇ ਕੰਮਾਂ ਦੇ ਲਈ ਆਪਾਂ ਕੋਈ ਇਹ ਚੀਜ਼ਾਂ ਦੇਣੀਆਂ ਨਹੀਂ ਤਾਂ ਉੱਦਾਂ ਆਪਣੇ ਆਪ ਦੇ ਵਿੱਚ ਆਪਾਂ ਕਹਿਣਾ ਕਿ ਹਾਂ ਸਾਡੇ 'ਚ ਤਾਂ ਸਬਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਹੈ ਨਾ। ਇਹ ਗੱਲ ਬਿਲਕੁਲ ਕਮਲ ਤੁਸੀਂ ਸਹੀ ਕਹੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਸਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ ਜਿਨ੍ਹਾਂ ਵਿੱਚ ਸਹਿਣ ਸ਼ਕਤੀ ਜਿਹੜੀ ਆ ਕਿ ਬਹੁਤ ਘੱਟ ਹੁੰਦੀ ਹੈ। ਸਹਿਣਸ਼ੀਲਤਾ ਨਾ ਹੋਣ ਕਾਰਨ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਆ ਉਹ ਬਾਕੀਆਂ ਨੂੰ ਵੀ ਸਹਿਣ ਕਰਨੀਆਂ ਪੈ ਜਾਂਦੀਆਂ ਨੇ। ਜਿੱਦਾਂ ਹੁਣ ਜ਼ਿਕਰ ਕੀਤਾ ਤੁਸੀਂ, ਅੱਜ ਦੇਖ ਲਓ ਕਿ ਵੀ ਮੈਂ ਸੈੱਟ ਤੇ ਇੰਤਜ਼ਾਰ ਕਰ ਰਹੀ ਸੀ, ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਵੀ ਤੁਸੀਂ किस मुश्किल दे विच फसे हो। हुण एक इंसान दी गलती सीगी है ना। देखो कि साडा शो भी लेट स्टार्ट होया, सानू भी तां उस चीज़ लई किते ना किते सफर करना पिया, तो सानू अपनी बस दे लई वापस जाना पिया, फिर तो होर बस लैनी पई, आना पिया, कितनी मुश्किल आई। जे ओही इंसान उस चीज़ नू सबर दे नाल समझदा, सोचदा, गल करदा है ना, ते ਉਹ ਸਭ ਦੀ ਜਿਹੜੀ ਪ੍ਰੋਬਲਮ ਹੈ ਸੋਲਵ ਹੋ ਜਾਣੀ ਸੀ। ਹਾਂਜੀ, ਇੱਕ ਇਨਸਾਨ ਦੇ ਕਰਕੇ ਬਾਕੀ ਸਾਰਿਆਂ ਨੇ ਆਪਣੀ ਮੰਜ਼ਿਲ ਤੇ ਆਸਾਨੀ ਨਾਲ ਪਹੁੰਚ ਜਾਣਾ ਸੀਗਾ। ਬਿਲਕੁਲ।
ਲੇਕਿਨ ਹਰ ਜਗ੍ਹਾ ਤੇ ਬਹੁਤ ਸਾਰੇ ਰਿਸ਼ਤਿਆਂ ਦੀ ਗੱਲ ਕਰ ਲਓ, ਜਾਂ ਅਸੀਂ ਆਮ ਹੀ ਬਾਹਰ ਕੰਮ ਕਰਦੇ ਆ ਉੱਥੇ ਦੀ ਕਿਸੇ ਆਫਿਸ ਦੀ ਗੱਲ ਲੈ ਲਓ, ਜਾਂ ਰਸਤੇ ਵਿੱਚ ਆਉਣੇ ਜਾਂਦੇ ਆ ਉੱਥੇ ਦੇਖ ਲਓ ਕਿ ਬਹੁਤ ਸਾਰੇ ਅਜਿਹੇ ਮਾਮਲੇ ਹੀ ਸਾਹਮਣੇ ਆ ਜਾਂਦੇ ਨੇ। ਕਈ ਵਾਰੀ ਹੁੰਦਾ ਬੱਸ ਦੇ ਵਿੱਚ ਅਸੀਂ ਜਾਂਦੇ ਆ, ਰਸ਼ ਹੁੰਦਾ ਹੈ, ਉੱਥੇ ਹੀ ਕਿਸੇ ਸਵਾਰੀ ਨੂੰ ਅਸੀਂ ਕਹਿ ਦਿੰਨੇ ਆ ਕਿ ਥੋੜਾ ਜਿਹਾ ਸਾਈਡ ਤੇ ਹੋ ਜਾ, ਜਾਂ ਕਿੱਦਾਂ। ਉਹ ਇੱਕ ਛੋਟੀ ਜਿਹੀ ਨਾਰਮਲ ਕਹੀ ਹੋਈ ਗੱਲ ਹੀ ਤੁਹਾਡੇ ਲਈ ਲੜਾਈ ਦਾ ਕਾਰਨ ਬਣ ਜਾਂਦੀ ਹੈ। ਬਿਲਕੁਲ। ਸੋ ਕਈ ਲੋਕ ਹੁੰਦੇ ਨੇ ਸਹਿਣਸ਼ੀਲਤਾ ਦੀ ਘਾਟ ਵਾਲੇ, ਸੋ ਉਸ ਚੀਜ਼ ਦਾ ਐਡਾ ਵੱਡਾ ਇਸ਼ੂ ਬਣਾ ਲੈਣਗੇ ਕਿ ਵੀ ਤੈਨੂੰ ਨਹੀਂ ਦੀਦਾ ਰਸ਼ ਹੈ, ਮੈਂ ਕਿੱਥੇ ਹੋ ਜਾ। ਗੱਲ ਕਰਨ ਦਾ ਇੱਕ ਢੰਗ ਹੁੰਦਾ ਹੈ, ਲੇਕਿਨ ਜਦੋਂ ਤੁਹਾਡੇ 'ਚ ਸਹਿਣ ਸ਼ਕਤੀ ਨਹੀਂ ਹੋਏਗੀ, ਸਹਿਣਸ਼ੀਲਤਾ ਦੀ ਕਮੀ ਹੋਣ ਕਾਰਨ ਤੁਸੀਂ ਅਜਿਹੀਆਂ ਗੱਲਾਂ ਕਰੋਗੇ, ਨਾਲੇ ਤਾਂ ਉਹ ਸਾਹਮਣੇ ਵਾਲੇ ਨੂੰ ਹਰਟ ਕਰਦੀਆਂ ਨੇ ਤੇ ਨਾਲੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਦਰਪੇਸ਼ ਆ ਜਾਂਦੀਆਂ ਨੇ। ਕਈ ਵਾਰੀ ਹੁੰਦਾ ਦੇਖੋ ਕਿ ਵੀ ਕੋਈ ਬਜ਼ੁਰਗ ਖੜਾ ਆ, ਉਹਨੂੰ ਅਸੀਂ ਸੀਟ ਨਹੀਂ ਦਿੰਦੇ। ਜੇ ਆਪਾਂ ਆਪਣੇ ਵਰਗਾ ਵੀ ਖੜਾ ਆ, ਜੇ ਆਪਾਂ ਕਿਸੇ ਨੌਜਵਾਨ ਨੂੰ ਕਹਿ ਦਿੰਦੇ ਆ ਕਿ ਚਲੋ ਵੀਰੇ ਤੁਸੀਂ ਇਹਨਾਂ ਨੂੰ ਸੀਟ ਦੇ ਦਿਓ, ਬਜ਼ੁਰਗ ਖੜੇ ਆ, ਤੈਨੂੰ ਜ਼ਿਆਦਾ ਤਰਸ ਆਉਂਦਾ। ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੁੰਦਾ ਹੈ, ਕਿਉਂਕਿ ਆਪਾਂ ਨੂੰ ਇਹ ਚੀਜ਼ ਹੈ, ਕੋਈ ਬਜ਼ੁਰਗ ਖੜਾ ਹੈ, ਕੋਈ ਪ੍ਰੈਗਨੈਂਟ ਲੇਡੀ ਆ, ਜਾਂ ਕੋਈ ਛੋਟੇ ਬੱਚੇ ਵਾਲੀ ਲੇਡੀ ਆ, ਆਪਾਂ ਉਹਨਾਂ ਨੂੰ ਇੱਕਦਮ ਉੱਠ ਕੇ ਸੀਟ ਦਿੰਦੇ ਆ, ਹਾਂ ਤੁਸੀਂ ਬੈਠ ਜਾਓ। ਲੇਕਿਨ ਜੇ ਆਪਣੇ ਕੋਲ ਸੀਟ ਨਹੀਂ, ਆਪਾਂ ਕਿਸੇ ਨੂੰ ਵੀ ਹੈਲਪ ਲਈ ਕਹਿ ਦਿੱਤਾ ਤਾਂ ਲੇਕਿਨ ਅੱਗੋਂ ਕੋਈ ਸੁਣਦਾ ਹੀ ਨਹੀਂ ਗੱਲ। ਅਜਿਹੀ ਇਸ ਤਰ੍ਹਾਂ ਦਾ ਸਮਾਂ ਆ ਚੁੱਕਾ ਹੈ। ਅੱਜ ਕੱਲ ਬੱਚਿਆਂ 'ਚ ਸਹਿਣ ਸ਼ਕਤੀ ਨਹੀਂ ਹੈਗੀ। ਜੇ ਬੱਚਾ ਕਿਤੇ ਘਰ ਤੋਂ ਬਾਹਰ ਜਾਂਦਾ ਹੈ, ਪੇਰੈਂਟਸ ਉਹਨੂੰ ਕਹਿੰਦੇ ਨੇ ਤਾਂ ਅੱਗੇ ਉਹ ਬੱਚਾ ਕਿੰਨੀਆਂ ਗੱਲਾਂ ਸੁਣਾ ਕੇ ਬੈਠਦਾ ਹੈ। ਹਾਂ ਬਿਲਕੁਲ। ਔਰ ਮੋਰਿਓ ਇਹ ਸੁਣਨ ਨੂੰ ਮਿਲਦਾ ਹੈ ਕਿ ਘਰੋਂ ਜੇ ਬਾਹਰ ਆ ਵੀ ਗਿਆ ਤੇ ਕੋਈ ਗੁਨਾਹ ਕਰ ਦਿੱਤਾ, ਮੈਂ ਆਪਣੇ ਦੋਸਤਾਂ ਨਾਲ ਆ, ਪਾਰਟੀ ਤੇ ਆ, ਮੈਂ ਆ ਹੀ ਜਾਊਂਗਾ, ਮੈਂ ਵੱਡਾ ਆ, ਮੈਂ ਸਮਝਦਾਰ ਆ, ਮਤਲਬ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਔਰ ਕਈ ਵਾਰ ਹੁੰਦਾ ਮਾਂ-ਬਾਪ ਦੀ ਜਿਹੜੀ ਚਿੰਤਾ ਹੁੰਦੀ ਹੈ ਉਹ ਸਹੀ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਅਸੀਂ ਦੇਖਦੇ ਹਾਂ ਨਿੱਕੀ ਮੋਟੀ ਲੜਾਈ ਐਡਾ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਕਿ ਉਹ ਜੱਦੀ ਪੁਸ਼ਤੀ ਉਹ ਲੜਾਈ ਚੱਲਦੀ ਹੀ ਰਹਿੰਦੀ ਹੈਗੀ ਆ। ਸੋ ਸਹਿਣਸ਼ੀਲਤਾ ਦੀ ਅਸੀਂ ਗੱਲ ਕਰਦੇ ਹਾਂ, ਜਿੱਥੇ ਸਹਿਣਸ਼ੀਲਤਾ ਨਹੀਂ ਹੋਏਗੀ ਉੱਥੇ ਗੁੱਸਾ ਵੀ ਹੋਏਗਾ, ਹਨਾ, ਉੱਥੇ ਲੜਾਈ ਝਗੜਾ ਵੀ ਹੋਏਗਾ, ਉੱਥੇ ਕਿਸੇ ਦੀ ਗੱਲ ਨੂੰ ਨਾ ਸੁਣਨ ਦਾ ਵੀ ਇੱਕ ਤਰਕ ਹੋਏਗਾ, ਔਰ ਆਪਣੀਆਂ ਗੱਲਾਂ ਮਨਾਉਣ ਦੀ ਜਿੱਦ ਹੱਠ ਉਹ ਵੀ ਹੋਏਗੀ, ਹੈ ਨਾ। ਸੋ ਇਹ ਕਿੰਨੀਆਂ ਨੂੰ ਜਨਮ ਦਿੰਦੀ ਹੈ ਸਹਿਣਸ਼ੀਲਤਾ ਨਾ ਹੋਣ ਕਰਕੇ ਨਾ। ਔਰ ਜਿਹੜਾ ਸਹਿਣਸ਼ੀਲਤਾ ਵਾਲਾ ਬੰਦਾ ਹੈ ਉਹ ਕਿੰਨਾ ਸਬਰ ਸੰਤੋਖ ਦੇ ਨਾਲ ਬੈਠਾ ਹੋਏਗਾ, ਚੁੱਪਚਾਪ ਸੁਣੀ ਜਾਏਗਾ, ਭਾਵੇਂ ਉਹ ਗਲਤ ਵੀ ਹੈ, ਉਹ ਇਹ ਉਡੀਕਦਾ ਹੈ ਕਿ ਵਕਤ ਜਵਾਬ ਦੇਵੇਗਾ, ਹੈ ਨਾ। ਔਰ ਕਈ ਵਾਰ ਹੁੰਦਾ ਹੈ ਕਿ ਉਹਨੂੰ ਇਹ ਲੱਗਦਾ ਹੈ ਕਿ ਮੈਂ ਆਪਣਾ ਕਰਮ ਚੰਗਾ ਕੀਤਾ, ਕੋਈ ਗੱਲ ਨਹੀਂ, ਤੁਸੀਂ 2-4 ਮਾੜੀਆਂ ਕਹਿ ਦਿਓ, ਪਰ ਮੈਨੂੰ ਪਰਮਾਤਮਾ ਦੇਖਦਾ ਆ, ਮੈਂ ਆਪਣਾ ਮਾੜਾ ਕਰਮ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਲੱਖ ਤੀਰਥ ਇਸ਼ਨਾਨਾ ਕਰ ਲਓ, ਹੈ ਨਾ, ਪਰ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ ਨਾ, ਉਹ ਤੁਹਾਡੀ ਬਹੁਤ ਵੱਡਾ ਪਾਪ ਹੋ ਜਾਂਦਾ ਹੈ, ਔਰ ਉਹਦੀ ਪਾਪ ਦੀ ਮਾਫੀ ਜਿਹੜੀ ਹੁੰਦੀ ਹੈ ਉਹ ਗੁਰੂ ਕੋਲ ਨਹੀਂ ਮਿਲਦੀ, ਹੈ ਨਾ। ਸੋ ਇਹੀ ਚੀਜ਼ ਹੁੰਦੀ ਹੈ ਸਾਡੀ ਜਿਹੜੀ ਜ਼ੁਬਾਨ ਹੈ ਨਾ, ਕਹਿੰਦੇ ਕਿ ਭਾਵੇਂ ਇਹਨੂੰ ਹੱਡੀਆਂ ਨਹੀਂ ਹੈਗੀਆਂ ਪਰ ਫਿਰ ਵੀ ਇਹੋ ਜਿਹੇ ਕੰਮ ਕਰਾ ਦਿੰਦੀਆਂ ਕਿ ਹੱਡੀਆਂ ਤੜਵਾ ਦਿੰਦੀ ਹੈ। ਔਰ ਇਹ ਬਾਰ-ਬਾਰ ਇੱਦਾਂ ਹੀ ਕਿਹਾ ਜਾਂਦਾ ਹੈ ਕਿ ਜ਼ੁਬਾਨ ਹੀ ਹੁੰਦੀ ਹੈ ਕਿ ਜਿੱਦਾਂ ਆਪਾਂ ਕਹਿੰਦੇ ਨਾ ਪੰਜਾਬੀ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਲੁੱਤਰੀ ਕਹਿੰਦੇ ਹੁੰਦੇ ਸੀ, ਕਿੱਦਾਂ ਲੁੱਤਰੀ ਚੱਲਦੀ ਹੈ, ਹੈ ਨਾ। ਇਹ ਜ਼ੁਬਾਨ ਹੀ ਹੈ ਜਿਹੜੀ ਤੁਹਾਨੂੰ ਕਿਸੇ ਦੇ ਦਿਲ ਤੇ ਰਾਜ ਵੀ ਕਰਵਾ ਸਕਦੀ ਹੈ ਔਰ ਕਿਸੇ ਦੇ ਆਪਣੇ ਦਿਲੋਂ ਕਢਵਾ ਵੀ ਸਕਦੀ ਹੈ। ਸੋ ਇਹ ਜ਼ੁਬਾਨ ਕਿੱਦਾਂ ਬਣਦੀ ਹੈ, ਸਾਡੀ ਅੰਦਰੋਂ ਅੰਦਰੀ ਸਾਡੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਹੈ ਨਾ। ਅੱਜ ਅਸੀਂ ਸਹਿਣਸ਼ੀਲਤਾ ਦੀ ਗੱਲ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਨਾ ਲਾਈਨਾਂ 'ਚ ਲੱਗਣਾ ਪਸੰਦ ਨਹੀਂ ਕਰਦੇ। ਇਹਨਾਂ ਲਾਈਨਾਂ 'ਚ ਲੱਗਣ ਦੇ ਲਈ ਵੀ ਬੈਂਕਾਂ ਦੀਆਂ ਅੱਗੇ ਲਾਈਨਾਂ ਹੁੰਦੀਆਂ ਸੀ, ਲੜਾਈਆਂ ਲੱਗਣ ਲੱਗ ਪੈਂਦੀਆਂ ਹੁੰਦੀਆਂ ਸੀ ਨਾ, ਲੜਾਈਆਂ ਹੋਈ ਜਾਣੀਆਂ ਕਿ ਮੈਂ ਪਹਿਲਾਂ ਆਇਆ, ਤੂੰ ਕਿੱਦਾਂ ਆ ਗਿਆ, ਪਿੱਛੋਂ ਆਣ ਕੇ ਮੂਹਰੇ ਲੱਗੀ ਜਾਂਦੇ ਪਏ। ਇਹਨਾਂ ਦੀ ਤਾਂ ਚੱਲਦੀ ਬਹੁਤ ਸਿੱਧੀ ਮੈਨੇਜਰ ਨਾਲ ਗੱਲ ਹੈਗੀ ਆ, ਅਸੀਂ ਬੰਦੇ ਨਹੀਂ, ਅਸੀਂ ਇਹ ਨਹੀਂ, ਮਤਲਬ ਇਹ ਅਸੀਂ ਬੈਂਕਾਂ 'ਚ ਦੇਖਦੇ ਹਾਂ, ਵੋਟ ਪਾਉਣ ਜਾਂਦੇ ਉਦੋਂ ਲਾਈਨਾਂ 'ਚ ਦੇਖਦੇ ਹਾਂ, ਕਿਸੇ ਹਸਪੀਟਲ 'ਚ ਚਲੇ ਜਾਈਏ ਉਦੋਂ ਦੇਖਦੇ ਹਾਂ, ਕਿਤੇ ਅਸੀਂ ਆਧਾਰ ਕਾਰਡ ਦੀ ਕੋਈ ਵੈਰੀਫਿਕੇਸ਼ਨ ਕਰਾਉਣੀ, ਕੋਈ ਚੇਂਜ ਕਰਾਉਣਾ ਤਾਂ ਵੀ ਦੇਖਦੇ ਹਾਂ। ਮਤਲਬ ਜਿੱਥੇ ਸਰਕਾਰੀ ਕੰਮ ਹੈਗਾ ਉੱਥੇ ਲਾਈਨਾਂ ਹੁੰਦੀਆਂ ਤੁਹਾਡੀਆਂ, ਹੈ ਨਾ। ਸੋ ਉਹ ਚੀਜ਼ਾਂ ਦੇ ਲਈ ਤੁਹਾਨੂੰ ਜਦੋਂ ਤੁਸੀਂ ਲਾਈਨਾਂ ਤੋੜ ਕੇ ਜਾਂ ਰੂਲ ਨੂੰ ਤੋੜ ਕੇ ਕਰਦੇ ਹੋ ਤੇ ਉੱਥੇ ਬੰਦੇ ਤੇ ਠੱਪਾ ਲੱਗ ਜਾਂਦਾ ਹੈ ਕਿ ਸਹਿਣਸ਼ੀਲਤਾ ਵਾਲਾ ਬੰਦਾ ਨਹੀਂ ਹੈ, ਸਬਰ ਵਾਲਾ ਬੰਦਾ ਨਹੀਂ ਹੈ। ਬਜ਼ੁਰਗਾਂ ਦੇ ਅਕਸਰ ਮੂੰਹੋਂ ਸੁਣਿਆ ਜਾਂਦਾ, ਉਹ ਸਬਰ ਕਰ, ਬੈਠ, ਤੇਰੀ ਵਾਰੀ ਵੀ ਤਾਂ ਆਊਗੀ, ਹੈ ਨਾ। ਤੇ ਉੱਥੇ ਕਿਤੇ ਨਾ ਕਿਤੇ ਜਦੋਂ ਸਹਿਣਸ਼ੀਲਤਾ ਨਹੀਂ ਹੁੰਦੀ, ਉੱਥੇ ਹੀ ਅਸੀਂ ਕੁਝ ਸ਼ਾਰਟਕਟ ਬਣਾਉਂਦੇ ਹਾਂ, ਆਪਾਂ ਅਪਰੋਚਾਂ ਲਗਵਾਉਂਦੇ ਹਾਂ, ਫੋਨ ਕਰਦੇ ਹਾਂ ਸਿੱਧੇ, ਹੈ ਨਾ। ਤੇ ਉੱਥੇ ਫਿਰ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਗਲਤ ਗੱਲਾਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਸਮਾਜ ਨੂੰ ਚੰਗੀ ਤਰਜੀਹ ਨਹੀਂ ਦਿੰਦੀਆਂ, ਹੈ ਨਾ। ਹੁਣ ਪਿੱਛੇ ਜਿਹੇ ਦੀ ਗੱਲ ਹੈਗੀ ਆ, ਮਤਲਬ ਅਸੀਂ ਪੇਪਰ ਪਾਉਣ ਗਏ ਸੀਗੇ ਤੇ ਉੱਥੇ ਸਾਡੇ ਜਿਹੜੇ ਬੈਗ ਸੀ ਉਹ ਸਬਮਿਟ ਕਰ ਲਏ ਸੀ ਉਹਨਾਂ ਨੇ ਜੀ। ਸਾਰੇ ਐਜੂਕੇਟਡ ਪਰਸਨ ਸੀਗੇ ਔਰ ਨੈਟ ਦਾ ਪੇਪਰ ਪਾਉਣ ਆਏ ਹੋਏ ਸੀਗੇ ਸਾਰੇ ਜਾਣੇ। ਔਰ
ਤੇ ਫਿਰ ਉੱਥੇ ਜਦੋਂ ਆਪਾਂ ਬੈਗ ਆਪਣਾ ਲੈਂਦੇ ਹੈਗੇ ਆ, ਚਲੋ ਪੇਪਰ ਖਤਮ ਹੋ ਗਿਆ, ਸਾਰੇ ਬਾਹਰ ਹੀ ਨਿਕਲਦੇ ਆ, ਫਟਾਫਟ ਹੁੰਦਾ ਘਰਾਂ ਨੂੰ ਜਾਈਏ ਅਸੀਂ, ਹੈ ਨਾ। ਹੁਣ ਉਹ ਜਿਹੜੇ ਰੂਮ ਦੇ ਵਿੱਚ ਸਾਡੇ ਬੈਗ ਪਏ ਹੋਏ ਸੀਗੇ, ਸਾਨੂੰ ਟੋਕਨ ਦਿੱਤੇ ਹੋਏ ਸੀ, ਨਾਲ ਸਾਡੇ ਤੋਂ ਪੈਸੇ ਲਏ ਹੋਏ ਸੀਗੇ ਰੱਖਣ ਦੇ, ਹੈ ਨਾ। ਸੋ ਆਪਾਂ ਸਾਰੇ ਜਾਣੇ ਲਾਈਨ 'ਚ ਲੱਗ ਗਏ, ਮਤਲਬ ਕੁਛ ਜਿਹੜੇ ਹੈਗੇ ਆ, ਮਤਲਬ 40+ 42 ਜਿਨ੍ਹਾਂ ਨੂੰ ਅੱਛਾ ਐਕਸਪੀਰੀਅੰਸ ਆ, ਪੜ੍ਹਾਉਂਦੇ ਆ ਬੱਚੇ ਨੂੰ, ਟੀਚਰਸ ਨੇ, ਉਹ ਆਪਣੇ JRF ਨੂੰ ਕਲੀਅਰ ਕਰਨ ਦੇ ਲਈ ਆਏ ਹੋਏ। ਉਹ ਕੀ ਕਰਨ, ਲਾਈਨ 'ਚੋਂ ਧੱਕੇ ਧੁੱਕੇ ਮਾਰ ਕੇ ਆਪ ਅੱਗੇ ਚਲੇ ਜਾਣ। 1 ਦੇਖਾਂ, 2 ਦੇਖਾਂ, 3 ਦੇਖਾਂ, ਮੇਰੇ ਕੋਲ ਸਹੀ ਨਹੀਂ ਗਈ ਗੱਲ। ਮੈਂ ਤਾਂ ਕੁਝ ਮਾੜਾ ਹੁੰਦਾ ਹੋਵੇ ਮੈਂ ਬੋਲ ਦਿੰਦੀ ਹੁੰਦੀ ਆ, ਤੇ ਮੈਂ ਕਹਿ ਦਿੱਤਾ, ਮੈਂ ਕਿਹਾ ਐਜੂਕੇਟਡ ਆ ਮੈਮ ਅਸੀਂ ਜਦੋਂ ਪਿਆਰ ਨਾਲ ਲਾਈਨ 'ਚ ਲੱਗੇ ਹੋਏ, ਤੁਸੀਂ ਪਿੱਛੇ ਆ ਖੜੇ, ਆ ਜਾਓ ਖੜੋ। ਕਹਿੰਦੀ ਮੈਨੇ ਜਲਦੀ ਜਾਣਾ ਹੈ, ਮੇਰੇ ਬੱਚੇ ਉਡੀਕ ਰਹੇ ਆ। ਮੈਂ ਕਿਹਾ ਮੈਮ ਤੁਸੀਂ ਕਿੱਥੋਂ ਦੇ ਹੋ? ਕਹਿੰਦੀ ਲੋਕਲ ਆ। ਮੈਂ ਕਿਹਾ ਮੈਮ ਲੋਕਲ ਨੂੰ ਤਾਂ ਨਹੀਂ ਕੋਈ ਇੱਦਾਂ ਦਾ ਹੈ ਪ੍ਰੋਬਲਮ, ਅਸੀਂ ਏਡੀ ਦੂਰ ਤੋਂ ਆਏ ਹੋਏ ਆ, ਮੋਗੇ ਵਾਲੀ ਸਾਈਡ ਤੋਂ ਬੱਚੇ, ਫਰੀਦਕੋਟ ਵਾਲੀ ਸਾਈਡ ਤੋਂ, ਅੰਮ੍ਰਿਤਸਰ ਪੇਪਰ ਪਾਉਣ ਆਏ ਹੋਏ ਆ। ਤੁਸੀਂ ਖੁਦ ਸੋਚੋ, ਅਸੀਂ ਇੰਨੇ ਲੇਟ ਹੋ ਗਏ, 5 ਵਜੇ ਪੇਪਰ ਖਤਮ ਹੋਇਆ, ਅਸੀਂ ਕਦੋਂ ਪਹੁੰਚਣਾ ਆਪਣੇ ਘਰਾਂ ਨੂੰ ਜੀ, ਹੈ ਨਾ। ਤੇ ਫਿਰ ਕਹਿੰਦੇ, ਫਿਰ ਵੀ ਹਟੀ ਨਹੀਂ, ਧੱਕਾ ਮਾਰਿਆ, ਕੂਪਨ ਦਿੱਤਾ, ਬੈਗ ਲੈ ਕੇ ਦੌੜ ਗਈ। ਪਰ ਉਹ 4 ਬੰਦਿਆਂ ਦੇ ਵਿੱਚ ਜਿੰਨੇ ਵੀ ਅਸੀਂ ਖੜੇ ਸੀ, ਮਤਲਬ ਘੱਟੋ ਘੱਟ ਸਾਡੀ ਗੈਦਰਿੰਗ ਲੰਬੀ ਲਾਈਨ ਸੀ, ਅਸੀਂ ਹੋਣੇ ਆ ਉੱਥੇ 25-30 ਬੰਦੇ ਹੋਣੇ ਆ ਜਿਹੜੇ ਲਾਈਨਾਂ 'ਚ ਮੋਰੇ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣੀ ਹੈ। ਮਤਲਬ ਉਹਨਾਂ ਦੇ ਵਿੱਚ ਕੀ ਰੈਪੂਟੇਸ਼ਨ ਹੈ ਤੁਹਾਡੀ? ਆਪਾਂ ਕਹਿੰਦੇ ਪੜ੍ਹਿਆ ਲਿਖਿਆ ਬੰਦਾ ਬੜਾ ਸਿਆਣਾ ਹੁੰਦਾ, ਉਹਨੂੰ ਪਤਾ ਹੁੰਦਾ ਸਹਿਣਸ਼ੀਲਤਾ, ਕਿਉਂਕਿ ਪੂਰੇ ਸਾਲ ਦੀ ਪੜ੍ਹਾਈ ਕਰਕੇ, ਮਿਹਨਤ ਕਰਕੇ ਅਸੀਂ ਪੇਪਰ ਪਾਏ ਹੁੰਦੇ ਆ, ਤੇ ਅਸੀਂ ਉਡੀਕ ਕਰਦੇ ਆ ਆਪਣੇ ਰਿਜ਼ਲਟ ਦੀ। ਸਾਨੂੰ ਪਤਾ ਹੁੰਦਾ ਸਹਿਣਸ਼ੀਲਤਾ ਹੈ ਕੀ ਹੈ ਨਾ, ਅਸੀਂ ਸਬਰ ਕਿੱਦਾਂ ਕੀਤਾ ਹੋਇਆ ਹੈ। ਪਰ ਫਿਰ ਵੀ ਉੱਥੇ ਕਿਤੇ ਨਾ ਕਿਤੇ ਆਣ ਕੇ ਤੁਸੀਂ ਆਪਣੇ ਸਹਿਣਸ਼ੀਲਤਾ ਵਾਲੇ ਹਥਿਆਰ ਸਿੱਟੇ ਦਿੰਦੇ ਹੋ, ਜਿੱਥੇ ਬਹੁਤ ਕਾਰਗਰ ਸਾਬਿਤ ਹੋ ਸਕਦੇ ਨੇ ਜੀ, ਜਿੱਥੇ ਅਸੀਂ ਕਿਸੇ ਲਈ ਰੋਲ ਮਾਡਲ ਬਣ ਸਕਦੇ ਹਾਂ, ਜਿੱਥੇ ਸਾਡੇ ਲਈ ਕੋਈ ਸਾਨੂੰ ਕਹਿ ਸਕਦਾ ਹੀ ਸਾਡੇ ਆਈਡੀਅਲ ਨੇ, ਹੈ ਨਾ, ਸਾਨੂੰ ਮਤਲਬ ਸਿਖਾਉਂਦੇ ਨੇ, ਜੋ ਕਲਾਸਾਂ 'ਚ ਪੜ੍ਹਾਉਂਦੇ ਨੇ ਐਕਚੁਅਲੀ ਦੇ ਵਿੱਚ ਹੈ ਉਹੀ ਚੀਜ਼ਾਂ, ਹੈ ਨਾ। ਮਤਲਬ ਉਹ ਪਤਾ ਨਹੀਂ ਲੋਕ ਸਮਝਦੇ ਨਹੀਂ, ਸਬਰ ਨਹੀਂ ਹੈਗਾ, ਜਾਂ ਮੈਂ ਫਟਾਫਟ ਜਾਣਾ ਆ, ਕਾਹਲੀਆਂ ਇੰਨੀਆਂ ਪਈਆਂ ਹੋਈਆਂ, ਮਤਲਬ ਆਪਾਂ ਦੇਖਦੇ ਹੀ ਨਹੀਂ। ਫਿਰ ਕਈ ਵਾਰ ਆਪਾਂ ਗਲਤ ਡਾਇਰੈਕਸ਼ਨ, ਹੁਣ ਕਈ ਵਾਰ ਯੂ ਟਰਨ ਬਹੁਤ ਦੂਰ ਤੋਂ ਹੁੰਦਾ ਜੀ, ਆਪਾਂ ਰੋਂਗ ਡਾਇਰੈਕਸ਼ਨ ਦੇ ਵਿੱਚੋਂ ਵਿੱਚ ਟੱਪ ਟੁੱਪ ਕੇ ਆ ਕੇ ਫਿਰ ਜਾਂਦੇ ਹੈਗੇ ਆ। ਇਟ ਮੀਨ ਟੂ ਸੇ, ਜੇਕਰ ਤੁਹਾਡੇ ਕੋਲ ਟਾਈਮ ਨਹੀਂ ਜਾਂ ਕੁਛ ਨਹੀਂ, ਪਹਿਲਾਂ ਸੇਫਟੀ ਦੇਖੋ। ਅਗਰ ਸੇਫ ਤੁਸੀਂ ਹੈਗੇ ਫਿਰ ਉਹ ਕੰਮ ਕਰੋ। ਤੁਸੀਂ ਦੂਸਰਿਆਂ ਨੂੰ ਕਿਸੇ ਦੁਰਘਟਨਾ ਦਾ ਸ਼ਿਕਾਰ ਕਰਵਾ ਰਹੇ ਹੋ, ਕਿਸੇ ਦੇ ਨਾਲ ਕੋਈ ਮੁਸ਼ਕਿਲ ਕ੍ਰੀਏਟ ਕਰਦੇ ਪਏ ਹੋ, ਉਹ ਫਿਰ ਉਹ ਚੀਜ਼ਾਂ ਤਾਂ ਤੁਹਾਡੇ ਲਈ ਬਹੁਤ ਗਲਤ ਸਾਬਿਤ ਹੋ ਸਕਦੀਆਂ ਨੇ ਨਾ ਜੀ। ਸੋ ਜਿੱਦਾਂ ਕਮਲ ਤੁਸੀਂ ਦੱਸਿਆ ਵੀ ਹੁਣ ਸਹਿਣਸ਼ੀਲਤਾ ਦੀ ਸਾਰਿਆਂ 'ਚ ਜਿਹੜੀ ਕਮੀ ਆ ਦੇਖੀ ਜਾਂਦੀ ਆ। ਹੁਣ ਐਜੂਕੇਟਡ ਦੀ ਗੱਲ ਕੀਤੀ ਹੈ ਕਿ ਐਜੂਕੇਟਡ ਇਨਸਾਨ ਦੀ ਪਹਿਚਾਣ ਕਿੱਥੋਂ ਹੁੰਦੀ ਹੈ, ਹਨਾ, ਉਹਦੇ ਬਿਹੇਵੀਅਰ ਤੋਂ, ਉਹਦੇ ਬੋਲ ਚਾਲ ਤੋਂ, ਹਨਾ, ਤੇ ਉਸ ਚੀਜ਼ ਤੋਂ ਹੀ ਅਸੀਂ ਦੇਖਦੇ ਆ। ਜੇ ਤੁਸੀਂ ਇਸ ਤਰ੍ਹਾਂ ਦੀਆਂ ਅਨਪੜ੍ਹਾਂ ਵਾਲੀਆਂ ਗੱਲਾਂ ਕਰੋਗੇ, ਐਜੂਕੇਟਡ ਲਾਈਨ ਲੱਗੀ ਹੋਈ ਲੋਕਾਂ ਦੀ, ਤੇ ਉਹਦੇ ਵਿੱਚ ਜਾ ਕੇ ਬਾਕੀਆਂ ਨੇ ਵੀ ਤਾਂ ਉਹੀ ਕੁਝ ਦੇਖਣਾ ਹੈ ਕਿ ਇਸ ਇਨਸਾਨ ਕੋਲ ਕਿੰਨੀ ਕੁ ਸਹਿਣ ਸ਼ਕਤੀ ਹੈਗੀ ਆ, ਕਿੰਨੀ ਕਿ ਇਹ ਅਕਲ ਦਾ ਮਾਲਕ ਹੈਗਾ, ਸਹੀ ਸ਼ਬਦਾਂ 'ਚ ਅੱਗੇ ਜਾ ਕੇ ਕੀ ਕਰੇਗਾ, ਤੇ ਕੀ ਕਰੇਗਾ। ਜੇ ਹੁਣ ਜਿੱਦਾਂ ਵੀ ਟੀਚਿੰਗ ਲਾਈਨ ਵਾਲੇ ਆ, ਤੇ ਆਪਾਂ ਸੋਚਾਂਗੇ ਕਿ ਜਿਸ ਟੀਚਰ ਨੂੰ ਖੁਦ ਨੂੰ ਇੰਨੇ ਕੁ ਮੈਨਰਸ ਨੇ, ਉਹ ਅੱਗੇ ਬੱਚਿਆਂ ਨੂੰ ਕੀ ਦੱਸੂਗਾ, ਹਨਾ। ਇਹ ਚੀਜ਼ਾਂ ਆਮ ਹੀ ਦੇਖਣ ਨੂੰ ਮਿਲਦੀਆਂ। ਗੱਲ ਕੀਤੀ ਤੁਸੀਂ ਵੀ ਲਾਈਨਾਂ 'ਚ ਲੱਗਣਾ ਪੈਂਦਾ ਹੈ, ਤੇ ਸਹਿਣਸ਼ੀਲਤਾ ਨਹੀਂ ਹੁੰਦੀ ਤਾਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਮੇਰੇ ਨਾਲ ਵੀ ਕੁਝ ਮਹੀਨਿਆਂ ਦੀ ਗੱਲ ਹੈ ਕਿ ਮੇਰਾ ਥੋੜਾ ਗਲ ਦੀ ਦਿੱਕਤ ਆ ਗਈ ਸੀਗੀ, ਤਾਂ ਮੈਂ ENT ਵਾਲੇ ਡਾਕਟਰ ਕੋਲ ਗਈ। ਬੇਸ਼ੱਕ ਮੈਂ ਖੁਦ ਮੈਡੀਕਲ ਲਾਈਨ 'ਚ ਹਾਂ, ਤੇ ਫਿਰ ਵੀ ਡਾਕਟਰ ਮੇਰੇ ਫਾਦਰ ਸਾਹਿਬ ਦੇ ਫਰੈਂਡ ਸੀ। ਮੇਰੇ ਫਾਦਰ ਵੀ ਰਿਟਾਇਰਡ ਆਫਿਸਰ ਨੇ ਹੈਲਥ ਡਿਪਾਰਟਮੈਂਟ ਵਿੱਚੋਂ, ਤੇ ਜਾਣ ਪਹਿਚਾਣ ਹੋਣ ਦੇ ਬਾਵਜੂਦ ਵੀ ਹਸਪੀਟਲ ਬਹੁਤ ਅੱਛਾ ਆ, ਲੇਕਿਨ ਆਪਣੀ ਟਰਨ ਦੇ ਅਕੋਰਡਿੰਗਲੀ ਹੀ ਮੈਂ ਗਈ ਆ। ਬਹੁਤ ਅੱਛੀ ਗੱਲ ਹੈ। 8 ਵਜੇ ਹਸਪੀਟਲ ਖੁੱਲਿਆ, ਆਪਾਂ ਗਏ ਉੱਥੇ, ਆਪਣਾ ਕਰਵਾਇਆ ਰਜਿਸਟ੍ਰੇਸ਼ਨ, ਤੇ ਚਲੋ ਵੀ ਆਪਣੀ ਵਾਰੀ ਦੀ ਉਡੀਕ ਕਰਨੀ ਸੀ। 10 ਵਜੇ ਡਾਕਟਰ ਨੇ ਆਉਣਾ ਸੀ, ਥੋੜਾ ਹੋਰ ਕੰਮ ਸੀ, ਆਪਾਂ ਚਲੇ ਗਏ, ਆਪਣਾ ਨੰਬਰ ਲਗਵਾਤਾ। ਉਹ ਕੰਮ ਫੋਨ ਕਰਕੇ ਵੀ ਹੋ ਸਕਦਾ ਸੀ ਵੀ ਅਸੀਂ ਇੰਨੇ ਵਜੇ ਆਉਣਾ, ਆਪਣੀ ਅਪਾਇੰਟਮੈਂਟ ਲੈ ਸਕਦੇ ਸੀਗੇ, ਲੇਕਿਨ ਆਪਾਂ ਬਕਾਇਦਾ ਹਸਪੀਟਲ ਗਏ, ਸਾਰਾ ਕੰਮ ਕੀਤਾ, ਆਪਾਂ ਚਲੇ ਗਏ ਕਿ ਡਾਕਟਰ ਨੇ ਇੰਨੇ ਵਜੇ ਆਉਣਾ। ਮੈਂ ਹਸਪੀਟਲ ਕੁੜੀ ਨੂੰ 9:30 ਵਜੇ ਕਾਲ ਕੀਤੀ ਕਿ ਸਰ ਐਗਜ਼ੈਕਟ ਟਾਈਮ ਤੇ ਆ ਰਹੇ ਨੇ? ਕਹਿੰਦੀ ਹਾਂਜੀ ਮੈਮ ਆ ਰਹੇ ਨੇ, ਤੁਸੀਂ ਆ ਜਾਣਾ। ਮੈਂ ਕਿਹਾ ਓਕੇ ਠੀਕ ਹੈ। ਹੁਣ ਜਿਹੜੇ ਲੋਕ ਮੇਰੇ ਤੋਂ ਬਾਅਦ 8 ਵਜੇ ਤੋਂ ਬਾਅਦ ਹਸਪੀਟਲ ਆਏ ਨੇ, ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਕੁੜੀ ਪਹਿਲਾਂ ਆਪਣਾ ਨੰਬਰ ਲਗਵਾ ਕੇ ਗਈ ਹੈ, ਸਲਿੱਪ ਕਟਵਾਈ ਹੈ, ਉਹਦੀ ਟਰਨ ਆਉਣ ਵਾਲੀ ਹੈ। ਮੇਰਾ 2nd ਨੰਬਰ ਸੀ, ਔਰ ਜਦੋਂ ਮੈਂ ਗਈ ਹਾਂ ਤੇ ਲੋਕੀ ਉੱਥੇ ਕਾਫੀ ਬੈਠੇ ਹੋਏ ਸੀ। ਮੈਂ ਗਈ, ਮੈਂ ਆਪਣੀ ਟਰਨ ਦੀ ਵੇਟ ਕੀਤੀ ਹੈ ਨਾ, ਤੇ ਮੇਰੇ ਤੋਂ ਸਰ ਆਏ। ਜਦੋਂ ਮੈਂ ਜਾ ਕੇ ਬੈਠ ਗਈ, ਤੇ ਮੇਰੇ ਤੋਂ ਪਹਿਲਾਂ ਜਿਨ੍ਹਾਂ ਦਾ 1st ਨੰਬਰ ਸੀ ਉਹ ਗਏ, ਉਹਨਾਂ ਦਾ ਨਾਮ ਲਿਆ, 2nd ਤੇ ਮੇਰਾ ਨਾਮ ਲਿਆ। ਤੇ ਹੁਣ ਮੈਨੂੰ ਸਟਾਫ ਜਾਣਦਾ ਸੀ, ਮੈਂ ਜਾ ਕੇ ਕੁੜੀ ਨੂੰ ਬੁਲਾਇਆ, ਵਿਸ਼ ਕੀਤੀ, ਹੈਲੋ ਹਾਈ, ਤੇ ਮੈਂ ਬੈਠ ਗਈ, ਹਨਾ। ਤੇ ਕਹਿੰਦੇ ਕੁੜੀ
ਮਤਲਬ ਕਿ ਜਦੋਂ ਮੈਂ ਡਾਕਟਰ ਦੇ ਕੋਲ ਚਲੇ ਗਈ, ਮੇਰੀ ਟਰਨ ਆਈ, ਮੇਰੇ ਅੰਦਰ ਜਾਣ ਦੀ ਦੇਰ ਸੀ ਕਮਲ, ਬਾਹਰ ਲੋਕ ਉੱਠ ਕੇ ਆ ਗਏ ਔਰ ਲੜਨਾ ਸ਼ੁਰੂ ਕਰ ਦਿੱਤਾ। ਕਹਿੰਦੇ ਕੁੜੀ ਆਈ ਆ ਤੇ ਅੱਗੇ ਜਾ ਕੇ ਉਹ ਕੁੜੀ ਨਾਲ ਕੁਝ ਗਿਟਮਿਟ ਕੀਤੀ ਹੈ ਤੇ ਪਤਾ ਨਹੀਂ ਉਹਨੂੰ ਪੈਸੇ ਦਿੱਤੇ ਆ, ਕੀ ਹੈ ਇਹਦਾ ਨੰਬਰ ਕਿੱਦਾਂ ਲਗਵਾਤਾ ਹਨਾ। ਮੈਂ ਅੰਦਰ ਗਈ ਤੇ ਡਾਕਟਰ ਸਾਹਿਬ ਜਾਣਦੇ ਆ ਕਿ ਚਲੋ ਸਾਡਾ ਸਟਾਫ ਹੈ ਤੇ ਹਨਾ ਵੀ ਇਸ ਫੀਲਡ ਅੱਛਾ ਜਾਣਦੇ ਨੇ, ਤੇ ਗੱਲਬਾਤ ਹਜੇ ਸ਼ੁਰੂ ਹੀ ਕੀਤੀ ਕਿ ਵੀ ਮੈਨੂੰ ਸਰ ਇਦਾਂ ਦਿੱਕਤ ਆ ਗਈ ਆ। ਤੇ ਜਦ ਤੱਕ ਬਾਹਰ ਲੜਾਈ ਸ਼ੁਰੂ ਹੋਣ ਲੱਗੀ, ਦਰਵਾਜ਼ਾ ਖੋਲਤਾ ਤੇ ਸਰ ਕਹਿੰਦੇ ਕੀ ਹੋਇਆ, ਤੇ ਕੁੜੀ ਨੇ ਦੱਸਿਆ ਕਿ ਸਰ ਉਹ ਲੜ ਪਏ ਆ ਕਿ ਵੀ ਇਹ ਕੁੜੀ ਪਹਿਲਾਂ ਚਲੇ ਗਈ ਆ, ਸਾਨੂੰ ਘੰਟਾ ਹੋ ਗਿਆ ਵੇਟ ਕਰਦਿਆਂ ਨੂੰ ਤੇ ਸਾਡੀ ਟਰਨ ਨਹੀਂ ਆਈ। ਤੇ ਡਾਕਟਰ ਸਾਹਿਬ ਕਹਿੰਦੇ ਪਹਿਲਾਂ ਤਾਂ ਇਹਨਾਂ ਨੂੰ ਕੋਈ ਗੱਲ ਕਰਨੀ ਸਿੱਖਣ, ਇਹ ਹਸਪੀਟਲ ਆ ਹਨਾ, ਇਹ ਇੱਥੇ ਲੜਦੇ ਕਿੱਦਾਂ ਆ, ਜੇ ਤਾਂ ਨੀਡ ਹੈ ਤੇ ਵੇਟ ਕਰੋ। ਤੇ ਕਹਿੰਦੇ ਨਹੀਂ ਜੀ ਕੁੜੀ ਪਹਿਲਾਂ ਆ ਗਈ। ਸਰ ਕਹਿੰਦੇ ਉਹਦਾ ਨੰਬਰ ਦੇਖੋ ਜਾ ਕੇ, ਪਹਿਲਾਂ ਰਜਿਸਟਰ ਤੇ ਸਾਰਿਆਂ ਦੀਆਂ ਐਂਟਰੀਆਂ, ਕੰਪਿਊਟਰ ਤੇ ਸਾਰਿਆਂ ਦੀਆਂ ਐਂਟਰੀਆਂ, ਟਾਈਮਿੰਗ ਹੈ। ਤੇ ਮੈਂ ਕਿਹਾ ਸਰ ਮੈਂ ਗੱਲ ਕਰ ਲੈਣੀ ਆ ਵੀ ਤੁਸੀਂ ਨਾ ਇਸ਼ੂ ਕ੍ਰੀਏਟ ਕਰੋ। ਸਰ ਕਹਿੰਦੇ ਨੋ, ਕਹਿੰਦੇ ਜੇ ਇਹਨਾਂ ਨੇ ਰੂਲ ਰੈਗੂਲੇਸ਼ਨ ਹੀ ਫੋਲੋ ਕਰਨੇ ਹੈਗੇ ਤੇ ਉਹਨਾਂ ਦੀ ਭਾਈ ਪੇਮੈਂਟ ਦਿਓ ਤੇ ਉਹਨਾਂ ਨੂੰ ਵਾਪਸ ਭੇਜ ਦਿਓ, ਕਿਸੇ ਹੋਰ ਹਸਪੀਟਲ ਜਾ ਸਕਦੇ ਨੇ, ਲੇਕਿਨ ਸਾਡੇ ਹਸਪੀਟਲ ਦਾ ਮਾਹੌਲ ਨਹੀਂ ਖਰਾਬ ਕਰ ਸਕਦੇ। ਠੀਕ ਹੈ, ਲੇਕਿਨ ਉਹਨਾਂ ਨੇ ਅੱਛਾ ਕੀਤਾ ਹਨਾ ਕਿ ਜੇ ਤੁਸੀਂ ਕੋਈ ਨਹੀਂ ਬੈਠੋ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਜੋ ਸਹੀ ਆ ਉਹ ਦੇਖੋ। ਗੱਲ ਉਹੀ ਆ ਜਾਂਦੀ ਹੈ ਕਿ ਸਹਿਣਸ਼ੀਲਤਾ ਦੀ ਕਮੀ ਆ ਲੋਕਾਂ ਦੇ ਵਿੱਚ। ਉਹਨਾਂ ਨੂੰ ਇਹ ਕਿ ਵੀ ਪਹਿਲਾਂ ਪਰਸਨ ਚਲੇ ਗਿਆ, ਆਇਆ ਬਾਅਦ ਵਿੱਚ ਆ, ਲੇਕਿਨ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਰੀਜ਼ਨ ਕੀ ਹੈ ਇਸ ਗੱਲ ਦੇ ਪਿੱਛੇ। ਅਸੀਂ ਬਿਨਾਂ ਸੋਚੇ ਸਮਝੇ ਉਸ ਗੱਲ ਨੂੰ ਸਮਝੇ ਤੋਂ ਬਿਨਾਂ ਹੀ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਆ। ਫਿਰ ਮੈਂ ਬਾਹਰ ਆਈ, ਮੈਂ ਆ ਕੇ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਸਰ ਦੇਖੋ ਵੀ ਮੈਂ ਪਹਿਲਾਂ ਇੰਨੇ ਵਜੇ ਆਈ ਆ, ਮੈਂ ਆ ਕੇ ਆਪਣੇ ਕੰਮ ਲਈ ਗਈ ਆ, ਮੈਂ ਵਾਪਸ ਆਈ ਆ, ਮੈਂ ਸੈਕਿੰਡ ਟਾਈਮ ਹਸਪੀਟਲ ਆਈ ਆ ਅੱਜ ਸਵੇਰ ਦੀ, ਤੇ ਤੁਸੀਂ ਕਹਿੰਦਾ ਅਸੀਂ ਵੀ ਫੋਨ ਕਰਕੇ ਅਪਾਇੰਟਮੈਂਟ ਲਈ ਸੀ। ਮੈਂ ਕਿਹਾ ਤੁਸੀਂ ਇੱਕ ਵਾਰੀ ਪਹਿਲਾਂ ਆਉਂਦੇ, ਚੱਕਰ ਕੱਢ ਕੇ ਜਾਂਦੇ, ਫਿਰ ਵਾਪਸ ਜਾਂਦੇ, ਆਪਣਾ ਕੰਮ ਕਰਕੇ ਆਉਂਦੇ। ਕਹਿੰਦਾ ਸੀ ਜੌਬ ਵਾਲੇ। ਮੈਂ ਕਿਹਾ ਸਰ ਮੈਂ ਵੀ ਜੌਬ ਵਾਲੀ ਆ, ਮੈਂ ਵੀ ਆਪਣੀ ਛੁੱਟੀ ਲੈ ਕੇ ਆਈ ਆ, ਫਿਰ ਵੀ ਮੈਂ ਰੂਲ ਫੋਲੋ ਕੀਤੇ ਆ, ਮੈਂ ਬੋਲੀ ਤਾਂ ਨਹੀਂ। ਫਿਰ ਉਹਨਾਂ ਨੂੰ ਰਿਅਲਾਈਜ਼ ਹੋਇਆ। ਮੈਂ ਕਿਹਾ ਐਟਲੀਸਟ ਤੁਸੀਂ ਉਹ ਚੀਜ਼ ਪਹਿਲਾਂ ਮੈਨੂੰ ਹੀ ਪੁੱਛ ਲੈਂਦੇ, ਮੈਡਮ ਤੁਸੀਂ ਪਹਿਲਾਂ ਕਿਉਂ ਚਲੇ ਗਏ। ਮੈਂ ਕਿਹਾ ਤੁਸੀਂ ਐਜੂਕੇਟਡ ਹੋ, ਜੌਬ ਵਾਲੇ ਪਰਸਨ ਹੋ, ਔਰ ਤੁਸੀਂ ਜੋ ਬੋਲਿਆ, ਜਿਸ ਤਰ੍ਹਾਂ ਦਾ ਤੁਹਾਡਾ ਬਿਹੇਵੀਅਰ ਸੀ, ਉਹ ਬਾਕੀ ਤੁਹਾਡੇ ਬਾਰੇ ਕੀ ਜੱਜ ਕਰਨਗੇ ਕਿ ਤੁਹਾਨੂੰ ਇੰਨੇ ਕੁ ਮੈਨਰਸ ਨੇ ਗੱਲ ਕਰਨ ਦੇ। ਮੈਂ ਕਿਹਾ ਸੌਰੀ ਕਿ ਮੇਰਾ ਰਾਈਟ ਨਹੀਂ ਬਣਦਾ ਕਿ ਮੈਂ ਇਦਾਂ ਦੀ ਵਰਡਿੰਗ ਤੁਹਾਡੇ ਲਈ ਯੂਜ਼ ਕਰਾਂ, ਬਟ ਇਹ ਚੀਜ਼ ਦਾ ਮੌਕਾ ਦਿੱਤਾ ਤੁਸੀਂ ਮੈਨੂੰ ਗੱਲ ਕਰਨ ਲਈ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਭ ਦੀ ਲਾਈਫ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਕਿ ਸਹਿਣਸ਼ੀਲਤਾ ਦੀ ਕਮੀ ਹੋਣ ਦੇ ਕਾਰਨ ਹੀ ਜਿਹੜੇ ਅਜਿਹੇ ਹਾਦਸੇ ਨੇ ਉਹ ਵਾਪਰਦੇ ਰਹਿੰਦੇ ਨੇ। ਬਿਲਕੁਲ ਬਹੁਤ ਸਾਰੇ ਹੋਰ ਵੀ ਇਨਸੀਡੈਂਟ ਨੇ, ਛੋਟੀਆਂ ਗੱਲਾਂ ਨੇ, ਛੋਟੇ ਸਾਡੇ ਨਾਲ ਕਹਾਣੀਆਂ ਜੁੜ ਜਾਂਦੀਆਂ ਨੇ ਜ਼ਿੰਦਗੀ ਦੇ ਵਿੱਚ, ਔਰ ਕੁਝ ਅਸੀਂ ਸਿੱਖਦੇ ਆ ਤੇ ਸਿਖਾਉਂਦੇ ਵੀ ਹੈਗੇ ਆ ਨਾ। ਸੋ ਮੈਨੂੰ ਲੱਗਦਾ ਹੁਣ ਵੇਲਾ ਹੋ ਚੁੱਕਿਆ, ਆਪਾਂ ਇੱਕ ਬ੍ਰੇਕ ਲੈ ਲਈਏ ਔਰ ਬ੍ਰੇਕ ਤੋਂ ਬਾਅਦ ਮੁੜ ਤੋਂ ਤੁਹਾਡੇ ਨਾਲ ਫਿਰ ਗੱਲਾਂ ਕਰਾਂਗੇ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਜੀ ਮੁੜ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਖਰੀਆਂ ਖੋਟੀਆਂ ਪ੍ਰੋਗਰਾਮ ਕਮਲਪ੍ਰੀਤ ਤੇ ਰੀਨਾ ਸੁਮਨ ਦੇ ਨਾਲ। ਅਸੀਂ ਗੱਲਾਂ ਕਰ ਰਹੇ ਹਾਂ ਸਹਿਣ ਸ਼ਕਤੀ ਦੀਆਂ, ਸਹਿਣਸ਼ੀਲਤਾ ਦੀਆਂ, ਔਰ ਬਹੁਤ ਸਾਰੀਆਂ ਗੱਲਾਂ ਅਸੀਂ ਹਾਦਸੇ ਸਾਡੇ ਨਾਲ ਵਾਪਰਦੇ ਨੇ, ਕਈ ਵਾਰ ਸਾਨੂੰ ਉਹ ਦੇਖਣ ਦਾ ਮੌਕਾ ਮਿਲਦਾ ਹੈ। ਔਰ ਇਹੋ ਜਿਹੀਆਂ ਚੀਜ਼ਾਂ ਇੱਦਾਂ ਹੀ ਹੁੰਦੀਆਂ ਨੇ। ਆਪਾਂ ਕਿਤੇ ਬੈਂਕ ਦੇ ਵਿੱਚ ਚਲੇ ਜਾਈਏ, ਆਪਾਂ ਕਹਿੰਦੇ ਫਟਾਫਟ ਸਾਡੀ ਐਂਟਰੀ ਕਰ ਦਿਓ, ਸਾਡੀ ਇੱਦਾਂ ਮਤਲਬ ਬੱਸ ਜਾਣ ਵਾਲੀ ਹੈ, ਜਾਂ ਕਈ ਵਾਰ ਸੱਚੀ ਜੈਨੂਅਨ ਪ੍ਰੋਬਲਮਸ ਹੁੰਦੀਆਂ ਨੇ, ਹੈ ਨਾ, ਅਤੇ ਕਈ ਵਾਰ ਉਹ ਕਰ ਵੀ ਦਿੰਦੇ ਨੇ, ਹੈ ਨਾ। ਅਤੇ ਪਰ ਫਿਰ ਉੱਥੇ ਹੀ ਲੋਕਾਂ ਦੇ ਸਾਹਮਣੇ ਉਹ ਇੱਦਾਂ ਦੀ ਚੀਜ਼ ਆ ਜਾਂਦੀ ਹੈ ਕਿ ਸ਼ਾਇਦ ਉਹਨਾਂ ਦੇ ਨਾਲ ਕੋਈ, ਜਿੱਦਾਂ ਤੁਸੀਂ ਆਪਣਾ ਹਾਦਸੇ ਦੀ ਗੱਲ ਦੱਸੀ ਕਿ ਸ਼ਾਇਦ ਉਹਨਾਂ ਦੀ ਕਿਸੇ ਨਾਲ ਵਾਕਫੀਅਤ ਹੋਣੀ ਆ ਤਾਂ ਕਰਕੇ, ਹਾਲਾਂਕਿ ਕੋਈ ਵਾਕਫੀਅਤ ਨਹੀਂ ਹੁੰਦੀ, ਵੈਸੇ ਹੀ ਉਹ ਦੇਖ ਕੇ ਤਰਸ ਕਰਕੇ ਕਹਿ ਦਿੰਦੇ ਆ ਕਿ ਚੱਲ ਇਹ ਤਾਂ ਫ੍ਰੀ ਹੋ ਕੇ ਘਰੋਂ ਆਏ ਨੇ ਅਤੇ ਆਪਾਂ ਤੁਹਾਡਾ ਇੱਦਾਂ ਕਰ ਦਿੰਦੇ। ਇੱਦਾਂ ਹੀ ਮੇਰੇ ਨਾਲ ਵੀ ਡਾਕਟਰ ਦੇ ਉੱਥੇ ਇੱਦਾਂ ਹੀ ਹੋਇਆ ਸੀਗਾ, ਅਤੇ ਮੈਂ ਕਾਲਜ ਤੋਂ ਛੁੱਟੀ ਲੈ ਕੇ ਗਈ, ਮਤਲਬ ਮੈਂ ਆਪਣੇ ਟਾਈਮਿੰਗ 1 ਘੰਟੇ ਦਾ ਸਵੇਰੇ ਨੰਬਰ ਲਵਾ ਕੇ ਗਈ। ਮੈਂ ਜਦੋਂ ਆਈ ਹਾਂ ਅਤੇ ਮੈਨੂੰ ਉਹ ਜਿਹੜੇ ਸੀਗੇ ਮੇਨ ਰਿਸੈਪਸ਼ਨ 'ਤੇ ਸੀ, ਉਹ ਮੈਮ ਨੇ ਮੈਨੂੰ ਜਲਦੀ ਭੇਜ ਦਿੱਤਾ ਡਾਕਟਰ ਦੇ ਕੋਲ, ਅਤੇ ਉਹਨਾਂ ਨੂੰ ਵੀ ਇੱਦਾਂ ਹੀ ਲੱਗਿਆ ਕਿ ਸ਼ਾਇਦ ਇਹ ਹੁਣ ਆਈ ਹੈ ਅਤੇ ਇੱਦਾਂ ਹੀ ਹੁਣੇ ਕੀਤੀ, ਜਦੋਂ ਤੁਸੀਂ ਇੰਸੀਡੈਂਟ ਦੱਸ ਰਹੇ ਸੀ ਅਤੇ ਸੇਮ ਮੈਨੂੰ ਆਪਣਾ ਯਾਦ ਆ ਗਿਆ। ਸੋ ਉੱਥੇ ਫਿਰ ਉਹ ਮੈਡਮ ਨੇ ਕਿਹਾ ਸੀ ਕਿ ਦੇਖੋ ਇਹਨਾਂ ਦਾ ਨੰਬਰ ਸਵੇਰ ਦਾ ਲੱਗਾ ਹੋਇਆ ਹੈਗਾ ਅਤੇ ਇਹ ਕਾਲਜ ਤੋਂ
ਤੋਂ ਆਏ ਨੇ ਸਿੱਧੇ, ਤਾਂ ਫਿਰ ਥੋੜਾ ਜਿਹਾ ਹੋਇਆ। ਕਈ ਵਾਰ ਹੁੰਦਾ ਹੈ ਕਿ ਅਸ਼ਾਂਤੀ ਜੀ ਉੱਥੇ ਫੈਲ ਜਾਂਦੀ ਹੈ, ਆਲੇ ਦੁਆਲੇ ਘੁਸਰ ਮੁਸਰ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਇੰਨੀ ਦੇਰ ਦੇ ਬੈਠੇ ਹੋਏ ਸੀਗੇ, ਸਾਡੇ ਕੋਈ ਨਹੀਂ। ਐਦਾਂ ਹੀ ਹਿਸਾਬ ਹੁੰਦਾ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਕਿਤੇ ਮੱਥਾ ਟੇਕਣ ਜਾਂਦੇ, ਮੰਦਿਰ ਮੱਥਾ ਟੇਕਣ ਜਾਂਦੇ, ਲੋਕੀ ਕੀ ਕਰਦੇ ਨੇ ਸ਼ਾਰਟਕਟ ਜਾਂ ਵਿੱਚੋਂ ਦੀ ਵੜ ਕੇ ਜਾਂ ਉਹ ਕਰਕੇ, ਹੈ ਨਾ। ਹੁਣ ਤੁਸੀਂ ਇਹ ਸੋਚੋ, ਤੁਸੀਂ ਗੁਰੂ ਘਰ ਆਣ ਕੇ ਨਹੀਂ ਸਹਿਣ ਸ਼ਕਤੀ ਆਪਣੀ ਦਿਖਾ ਸਕਦੇ, ਤੁਸੀਂ ਦਿਖਾਣੀ ਕਿੱਥੇ ਆ? ਦਰਬਾਰ ਸਾਹਿਬ ਜਾਂਦੇ ਆ ਆਪਾਂ, ਤੁਹਾਨੂੰ ਪਤਾ ਹੈ ਉੱਥੇ ਤਾਂ 24 ਘੰਟੇ ਦਿਨ ਦੇ ਵਿੱਚ ਰਸ਼ ਹੁੰਦਾ ਹੈ, ਸੰਗਤਾਂ ਮੱਥਾ ਟੇਕਦੀਆਂ ਨੇ, ਹੈ ਨਾ, ਆਣ ਕੇ। ਤੇ ਉੱਥੇ ਜਾ ਕੇ ਮਤਲਬ ਫਿਰ ਵੀ ਇਹੀ ਹੁੰਦਾ ਕਿ ਲੋਕਾਂ 'ਚ ਸਹਿਣ ਸ਼ਕਤੀ ਹੈ ਹੀ ਨਹੀਂ, ਧੱਕਾ ਮੁੱਕੀ ਇੰਨਾ ਕਰਦੇ ਨੇ ਲੋਕ ਕਿ ਅਸੀਂ ਫਟਾਫਟ ਨਿਕਲ ਜਾਈਏ ਅੱਗੇ। ਮਤਲਬ ਜੇ ਪਰਮਾਤਮਾ ਤੁਹਾਨੂੰ ਖੜਾ ਕਰ ਰਿਹਾ ਹੈ, ਸਬਰ ਸੰਤੋਖ ਦੇ ਨਾਲ ਖੜੇ ਰਹੋ, ਪਰਮਾਤਮਾ ਦਾ ਨਾਮ ਜਪਦੇ ਰਹੋ, ਜਦੋਂ ਤੁਹਾਡੀ ਵਾਰੀ ਆਏਗੀ ਉਦੋਂ ਹੀ ਆਏਗੀ। ਆਪਾਂ ਇੱਕ ਦੂਸਰੇ ਨੂੰ ਧੱਕਾ ਮੁੱਕੀ ਕਰਦੇ ਆ, ਮਤਲਬ ਇੰਨੀ ਕਈ ਵਾਰ ਮਾੜੀ ਹਾਲਤ ਹੋ ਜਾਂਦੀ, ਪੈਰ ਚੱਕ ਹੋ ਜਾਂਦੇ, ਇੰਨੀ ਘੁੱਟ ਦਿੰਦੇ ਨੇ ਫੜ ਕੇ, ਮਤਲਬ ਸੰਗਤ ਦਾ ਰਸ਼ ਇੰਨਾ ਜ਼ਿਆਦਾ ਹੋ ਜਾਂਦਾ, ਧੱਕਾ ਪੈਂਦਾ ਹੈਗਾ ਆ, ਮਤਲਬ ਉੱਥੇ ਕਈ ਵਾਰ ਹਾਸੇ ਹੋ ਜਾਂਦੇ ਨੇ ਕਮਲ। ਜਿੱਦਾਂ ਕੋਈ ਬਜ਼ੁਰਗ ਹੋ ਗਏ ਉਸ ਲਾਈਨ ਦੇ ਵਿੱਚ, ਜਾਂ ਕੋਈ ਛੋਟੇ ਬੱਚੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ। ਹੁਣ ਤਾਂ ਚਲੋ ਵਿਵਸਥਾ ਕੀਤੀ ਹੋਈ ਹੈ ਕਿ ਇੱਕ ਅਲੱਗ ਸੈਪਰੇਟ ਲਾਈਨ ਬਣਾਈ ਹੋਈ ਆ, ਪਰ ਕਈ ਵਾਰ ਆਪਣੇ ਵਰਗੇ ਲੋਕਾਂ ਨੂੰ ਹੋ ਜਾਂਦੀ ਹੈ, ਹੈ ਨਾ। ਆਪਾਂ ਨੂੰ ਘਬਰਾਹਟ ਹੋ ਗਈ, ਬੀਪੀ ਇੱਕਦਮ ਡਾਊਨ ਹੋ ਗਿਆ ਜਾਂ ਸ਼ੂਟ ਅਪ ਹੋ ਗਿਆ, ਉੱਥੇ ਇੱਕਦਮ ਹੀ ਗਰਮੀ ਦੇ ਵਿੱਚ ਸਾਡੇ ਕੋਲ ਖੜਿਆ ਨਾ ਗਿਆ, ਧੱਕਾ ਵੱਜ ਗਿਆ ਮੋਹਰਿਓਂ ਪਿੱਛੋਂ। ਕਈ ਵਾਰ ਹੁੰਦਾ ਹੈ ਕਿ ਆਪਾਂ ਜੇ ਸਪੀਡ ਦੇ ਵਿੱਚ ਹੁੰਦੇ ਆ ਨਾ, ਉਹ ਲੰਬੇ ਉੱਚੇ ਹੁੰਦੇ ਆ, ਆਪਾਂ ਕੱਦ ਦੇ ਜਦੋਂ ਛੋਟੇ ਹੋਈਏ ਆਪਾਂ ਫਿਰ ਵੀ ਉੱਥੇ ਦੱਬੇ ਜਾਂਦੇ ਆ, ਉੱਥੇ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਆ। ਮਤਲਬ ਇਹ ਚੀਜ਼ਾਂ ਹੁੰਦੀਆਂ ਨੇ, ਮਤਲਬ ਸਾਡੇ 'ਚ ਲੱਗਦਾ ਹੈ ਕਿ ਸਹਿਣ ਸ਼ਕਤੀ ਹੈ ਹੀ ਨਹੀਂ। ਇੱਕ ਹੋਰ ਮੈਂ ਤੁਹਾਨੂੰ ਦਿੰਦੀ ਆ, ਸਹਿਣ ਸ਼ਕਤੀ ਉਦੋਂ ਜਨਾਨੀਆਂ ਦੀ ਘਟ ਜਾਂਦੀ ਆ ਜਦੋਂ ਕਿਤੇ ਸੇਲ ਲੱਗੀ ਹੋਵੇ। ਫਿਰ ਹੁੰਦਾ ਹਾਏ ਹਾਏ ਮੈਂ ਆ ਵੀ ਲੈ ਲਾ, ਇੱਕ ਦੂਜੇ ਨੂੰ ਅੱਗੇ ਦੀ। ਹਾਏ ਰੱਬਾ, ਫਿਰ ਤਾਂ ਏਦਾਂ ਧੱਕਮ ਧੱਕੀ ਹੁੰਦੀਆਂ ਨੇ ਨਾ ਸਾਰੀਆਂ ਲੇਡੀਜ਼ ਕੇ ਹੱਥਾਂ 'ਚੋਂ ਖਿੱਚਣ ਨੂੰ ਫਿਰਦੀਆਂ ਹੁੰਦੀਆਂ ਨੇ। ਬਿਲਕੁਲ ਉਦੋਂ ਸਹਿਣ ਸ਼ਕਤੀ ਦੇਖਣ ਵਾਲੀ ਹੁੰਦੀ ਹੈ। ਉਦੋਂ ਤਾਂ ਕਹਿੰਦੇ ਆ ਕਿ ਜਿਹੜੀ ਸਬਰਾਂ ਦੀ ਮੂਰਤ ਹੁੰਦੀ ਹੈ ਇੱਕ ਔਰਤ, ਇੱਕ ਜਨਾਨੀ, ਬਟ ਫਿਰ ਜਿਹੜੀ ਨਾ ਇੱਥੇ ਆਣ ਕੇ ਜਦੋਂ ਉਹ ਸਬਰ ਟੁੱਟਦੇ ਨੇ ਫਿਰ ਉਹ ਇਕੱਠੇ ਟੁੱਟ ਜਾਂਦਾ ਹੈ, ਇਕੱਠੇ ਹੀ ਟੁੱਟਦੇ ਆ। ਫਿਰ ਤਾਂ ਸੇਲਾਂ ਤੇ ਤਾਂ ਨਾ ਮੈਂ ਦੇਖਣੀ ਇੰਨਾ ਮਚਿਆ ਹੁੰਦਾ। ਮੈਨੂੰ ਲੱਗਦਾ ਕਮਲ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਹੈਗਾ ਕਿੱਸਾ ਤਾਂ ਫਿਰ ਹੈਗਾ ਆ। ਅੰਮ੍ਰਿਤਸਰ ਅਸੀਂ ਗਏ ਤੇ ਮਾਰਕੀਟ 'ਚ ਚਲੇ ਗਏ ਉੱਥੇ, ਤੇ ਉੱਥੇ ਜਾ ਕੇ ਸੇਲ ਲੱਗੀ ਹੋਈ ਸੀਗੀ। ਮੰਜੇ ਤੇ ਚੜ ਕੇ ਭਾਈ ਕਹੇ 400 ਦੀ ਕੋਟੀ, 400 ਦੀ ਕੋਟੀ। ਮੈਂ ਚਲੀ ਗਈ ਦੇਖਣ, ਮੈਂ ਕਿਹਾ ਦੇਖ ਕੇ ਤਾਵਾ ਕਿਹੜੀ 400 ਦੀ ਕੋਟੀ ਆ, ਹਨਾ। ਚਲ ਮੈਂ ਗਈ, ਉੱਥੇ ਬਹੁਤ ਸੋਹਣੀ ਕੋਟੀ ਸੀ ਇੱਕ, ਹਨਾ, ਅੱਛੇ ਕਲਰ ਵੀ, ਹਾਂ ਮਤਲਬ ਹੈਗੀਆਂ ਸੋਹਣੀਆਂ ਸੀ। ਮੈਂ ਕਿਹਾ ਸ਼ਾਇਦ ਮੈਂ ਤਾਂ ਇੱਕੋ ਚੱਕਣੀ ਸੀ, ਹਾਂ ਉਹ ਸ਼ਾਇਦ ਜਿਹੜੀ 400 ਦੀ ਸੇਲ ਤੇ ਲਾਈ ਹੋਣੀ ਹੈ ਵੀ ਕਮਲ ਨੂੰ ਹੀ ਪਸੰਦ ਆਈ। ਇੱਕ ਨਹੀਂ ਕੋਟੀ ਸੀ, ਬਹੁਤ ਕੋਟੀਆਂ ਸੀ। ਇੱਕ ਮੈਂ ਚੂਜ਼ ਕੀਤੀ, ਉਹਦੇ ਵਿੱਚ ਬੜੀ ਸੋਹਣੀ ਕਲਰ। ਹਾਏ ਰੱਬਾ, ਪਤਾ ਹੀ ਨਹੀਂ ਮੈਨੂੰ ਭੀੜ 'ਚ ਕਿਹਨੇ ਮੇਰੇ ਹੱਥੋਂ ਖੋ ਲਈ। ਅੱਛਾ, ਮੈਂ ਕਹੀ ਜਾਵਾਂ ਕਿਹਨੇ ਲੈ ਲਈ, ਉੱਥੇ ਕੋਈ ਬੋਲਦਾ, ਉਹ ਲੈ ਕੇ ਅਗਲੀ ਕਿਤੇ ਦੇ ਕਿਤੇ ਚਲ ਗਈ। ਮੰਮੀ ਕਹਿੰਦੇ ਲੈ ਲਈ ਸੇਲ 'ਚੋਂ। ਮੈਂ ਕਿਹਾ ਮੰਮਾ ਅਸੀਂ ਨਹੀਂ ਲੈਣੀ ਕੁਛ ਵੀ। ਫਿਰ ਦੇਖਦੀਆਂ ਵੀ ਨਹੀਂ, ਕੂਣੀਆਂ ਬੱਜੇ ਸਿਰ ਖਿਲਾਰ ਦਿੰਦੀਆਂ ਨੇ, ਫਿਰ ਥੋੜੀ ਕੋਈ ਦੇਖਦਾ। ਸਾਨੂੰ ਕੀ ਪਤਾ ਸਾਡੇ ਨਾਲ ਕੋਈ ਹਾਦਸਾ ਹੋ ਜਾਏ, ਕੰਨ 'ਚੋਂ ਨਿਕਲ ਕੇ ਬਾਲੀ ਕਿਸੇ ਦੀ ਡਿੱਗ ਜਾਵੇ, ਗੋਲਡ ਪਾਇਆ ਹੁੰਦਾ ਕਈ ਵਾਰ ਲੇਡੀਜ਼ ਨੇ, ਕੁਛ ਹੋ ਜਾਵੇ, ਕੋਈ ਧੱਕਾ ਮੁੱਕੀ ਕਰਦਾ, ਕੋਈ ਧੱਕਾ ਲਾ ਦਿੰਦਾ ਹੈ। ਦੁਕਾਨ ਦੇ ਵਿੱਚੋਂ ਥੜੀਆਂ ਬਣੀਆਂ ਹੁੰਦੀਆਂ ਨੇ, ਪੌੜਿਆਂ 'ਚੋਂ ਕੋਈ ਡਿੱਗ ਸਕਦਾ ਹੈ। ਸੋ ਇਦਾਂ ਦੇ ਕਿਹੜੇ ਇੰਨੀ ਨਾ ਬੇਸਬਰੀ ਦੇ ਨਾਲ ਤੁਸੀਂ ਚੀਜ਼ਾਂ ਨੂੰ ਲੈਣ ਚੱਲੇ ਹੋ। ਫਿਰ ਮੈਨੂੰ ਉੱਥੇ ਗੁੱਸਾ ਆ ਜਾਂਦਾ, ਫਿਰ ਤਾਂ ਮੈਂ ਬੋਲ ਦਿੰਦੀ ਹਾਂ, ਕੋਈ ਸਬਰ ਵੀ ਰੱਖਿਆ ਕਰੋ, ਥੋੜਾ ਬਹੁਤਾ ਤਾਂ ਸਬਰ ਕਰ ਲਓ। ਇੱਥੇ ਫਿਰ ਕੀ ਹੋਇਆ, ਚੀਜ਼ ਜੇ ਤੁਹਾਨੂੰ ਮਿਲਣੀ ਆ, ਮੈਨੂੰ ਲੱਗਦਾ ਹੁੰਦਾ ਉਹ ਮਿਲ ਹੀ ਜਾਣੀ ਤੁਹਾਨੂੰ, ਹਨਾ। ਜੇ ਉਹ ਤੁਹਾਡੇ ਹੱਥ 'ਚ ਆਈ ਆ, ਦੇਖ ਲਓ ਮੇਰੇ ਹੱਥ 'ਚ 400 ਦੀ ਕੋਟੀ ਆਈ ਸੀ, ਗਈ ਸੋਹਣੀ ਵੀ ਬਹੁਤ ਸੀਗੀ ਕੋਟੀ, ਬਹੁਤ ਪਿਆਰੀ ਕੋਟੀ ਸੀਗੀ, ਤੇ ਗਈ ਹੱਥੋਂ। ਮੈਨੂੰ ਲੱਗਦਾ ਅੱਜ ਫਿਰ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪਈ ਹੋਣੀ। ਹਾਂ, ਬਹੁਤ ਸੋਹਣੀ ਸੀ, ਗੁੱਲਾ ਨਾਰੀ ਰੰਗ ਸੀ, ਉੱਪਰ ਵਾਈਟ ਕਲਰ ਦੇ ਥ੍ਰੈਡ ਵਰਕ ਸੀਗਾ ਉਹਦਾ, ਬੜੀ ਸੋਹਣੀ ਸੀ। ਚਲੋ, ਸੋ ਅੱਜ ਆਪਾਂ ਕਬਲ ਗੱਲ ਕਰ ਰਹੇ ਹਾਂ ਸਹਿਣਸ਼ੀਲਤਾ ਦੀ, ਹੈ ਨਾ। ਸਹਿਣਸ਼ੀਲਤਾ ਦੀ ਕਮੀ ਦੇ ਕਾਰਨ ਅਸੀਂ ਬਹੁਤ ਸਾਰੇ ਅਜਿਹੇ ਮਾਮਲੇ ਵੀ ਦੇਖਦੇ ਹਾਂ ਜਿੱਥੇ ਘਰ ਜਿਹੜੇ ਨੇ ਖਰਾਬ ਹੋ ਜਾਂਦੇ ਨੇ। ਇੱਥੋਂ ਤੱਕ ਕਿ ਸਹਿਣ ਸ਼ਕਤੀ ਦੀ ਕਮੀ ਹੋਣ ਦੇ ਕਾਰਨ ਹੀ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਸੋ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਜਿਹੜੀਆਂ ਮੁਸੀਬਤਾਂ ਹੁੰਦੀਆਂ ਨੇ, ਉਹਦੇ ਸਿਰਫ ਇੱਕੋ ਹੀ ਵਜ੍ਹਾ ਹੋ ਜਾਂਦੀ ਆ, ਸਹਿਣਸ਼ੀਲਤਾ। ਉਹਦੀ ਕਮੀ ਕਰਕੇ ਹਾਦਸੇ ਵਾਪਰਦੇ ਨੇ। ਕਿਉਂਕਿ ਜੇ ਪੁਰਾਣੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਜਿਹੜੀਆਂ ਵਿਆਹਤਾ ਔਰਤਾਂ ਹੁੰਦੀਆਂ ਸੀ, ਉਹਨਾਂ ਦੇ ਨਾਲ ਅਗਰ ਸਹੁਰੇ ਫੈਮਿਲੀ ਦੇ ਵਿੱਚ ਵੀ ਕੋਈ ਅਜਿਹੀ ਹਾਦਸਾ ਹੋ ਜਾਂਦਾ ਸੀਗਾ, ਹਨਾ, ਕੋਈ ਅਜਿਹੀ ਗੱਲ ਹੁੰਦੀ ਸੀ ਘਰ ਦੇ ਵਿੱਚ, ਸੱਸ ਨੇ ਕੁਝ ਕਹਿਤਾ ਜਾਂ ਹਸਬੈਂਡ ਨੇ ਕੁਝ ਕਹਿਤਾ, ਤੇ ਉਹ ਇੱਕ ਸਹਿਣ ਸ਼ਕਤੀ ਸੀਗੀ, ਹਨਾ, ਉਹਦੇ ਕਰਕੇ ਉਹ ਸਹਿਣ ਕਰ ਲੈਂਦੀ ਸੀ ਔਰਤ। ਚਲ ਕੋਈ ਨਹੀਂ, ਹਨਾ। ਥੋੜੇ ਦਿਨਾਂ ਬਾਅਦ ਚਲੋ ਜੀ ਸੱਸ ਫਿਰ ਉਦਾਂ ਦੀ, ਹਸਬੈਂਡ ਫਿਰ ਉਦਾਂ ਦਾ, ਗੱਲਾਂ ਬਾਤਾਂ ਜਿਹੜੀਆਂ ਫਿਰ ਨਾਰਮਲ ਹੋ ਜਾਂਦੀਆਂ ਸੀ। ਗੁੱਸਾ ਜਿਹੜਾ ਹੁੰਦਾ ਸੀ ਉਹ ਘਟ ਜਾਂਦਾ ਹੁੰਦਾ ਸੀ, ਹਨਾ, ਇੰਨਾ ਰਹਿੰਦਾ ਨਹੀਂ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਇਹ
ਸਹਿਣਸ਼ੀਲਤਾ ਸਾਡੇ 'ਚ ਘਟ ਗਈ ਹੈ, ਪਿਆਰ ਘਟ ਗਿਆ ਹੈ। ਜਦੋਂ ਵੀ ਕੁਝ ਸੱਸ ਨੇ ਕਹਿਤਾ ਜਾਂ ਹਸਬੈਂਡ ਨੇ ਕਹਿਤਾ, ਕੁੜੀ ਚੱਕ ਫੋਨ ਨਾਲ ਹੀ ਪੇਕੇ ਘੁਮਾ ਦਿੰਦੀ ਆ, ਮੰਮਾ ਮੈਨੂੰ ਏਦਾਂ ਕਿਹਾ ਏਦਾਂ ਕਿਹਾ, ਹਾਂ ਉਹਨਾਂ ਨੇ ਏਦਾਂ ਕਿੱਦਾਂ ਕਿਹਾ ਸਾਡੀ ਕੁੜੀ ਨੂੰ, ਅਸੀਂ ਪੁੱਛਦੇ ਆ ਬਸ। ਉਹਨਾਂ ਵਿੱਚ ਵੀ ਫਿਰ ਸਹਿਣਸ਼ੀਲਤਾ ਨਹੀਂ ਹੁੰਦੀ ਹੈਗੀ। ਅੱਗੋਂ ਉਹਨਾਂ ਨੇ ਵੀ ਨਹੀਂ ਸੋਚਣਾ, ਬੇਸ਼ੱਕ ਆਪਣੇ ਬੱਚੇ ਦੀ ਗਲਤੀ ਹੀ ਹੋਵੇ, ਬੇਸ਼ੱਕ ਕੁੜੀ ਦੀ ਗਲਤੀ ਦੇ ਕਾਰਨ ਹੀ ਸੱਸ ਵੱਲੋਂ ਜਾਂ ਹਸਬੈਂਡ ਵੱਲੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਅਸੀਂ ਉਹ ਚੀਜ਼ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਕਿ ਵੀ ਅਸਲ ਗੱਲ ਹੈ ਕੀ ਹੈ, ਹਨਾ। ਤੇ ਜਦੋਂ ਫੋਨ ਘੁਮਾ ਦੇਣਾ, ਚਲੋ ਜੀ ਰਿਸ਼ਤਿਆਂ 'ਚ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਆ, ਤੂੰ ਇੱਥੇ ਆ ਜਾ, ਅਸੀਂ ਗੱਲ ਕਰਾਂਗੇ, ਕੁੜੀ ਨੂੰ ਪੇਕੇ ਘਰ ਬਿਠਾ ਲਿਆ, ਚਲੋ ਜੀ ਗੱਲ। ਅਗਲਿਆਂ ਨੂੰ ਵੀ ਹੁੰਦਾ ਕਿ ਇਹ ਸਾਡੇ ਤੇ ਬਿਨਾਂ ਵਜ੍ਹਾ ਰੋਬ ਪਾ ਰਹੇ ਨੇ, ਬੇਸ਼ੱਕ ਹਸਬੈਂਡ ਦੀ ਤੇ ਮਾਂ ਦੀ ਗਲਤੀ ਵੀ ਨਾ ਹੋਵੇ, ਤੇ ਬਿਨਾਂ ਵਜ੍ਹਾ ਕੁੜੀ ਦੇ ਅਜਿਹੇ ਬਿਹੇਵੀਅਰ ਕਰਕੇ, ਉਹਦੀ ਸਹਿਣਸ਼ੀਲਤਾ ਦੀ ਕਮੀ ਕਰਕੇ ਉਹਦਾ ਜਿਹੜਾ ਘਰ ਆ ਖਰਾਬ ਹੋ ਜਾਂਦਾ, ਗੱਲ ਪਹੁੰਚ ਜਾਂਦੀ ਆ ਤਲਾਕ ਤੱਕ। ਤੇ ਪਹਿਲਾਂ ਜਦੋਂ ਹੁੰਦਾ ਸੀਗਾ ਕਿ ਫੋਨ ਨਹੀਂ ਹੁੰਦੇ ਸੀਗੇ, ਮਾਂ ਪਿਓ ਨੇ ਜਾਂ ਰਿਸ਼ਤੇਦਾਰ ਨੇ, ਭੈਣ ਭਰਾ ਨੇ ਮਿਲਣ ਆਉਣਾ ਕਦੀ ਕਦੀ ਜਦੋਂ ਟਾਈਮ ਹੁੰਦਾ ਸੀਗਾ, ਹਨਾ। ਉਦੋਂ ਵੀ ਥੋੜਾ ਬਹੁਤਾ ਖਾਣ ਪਲਾਣ 'ਚ ਹੀ ਚੇਤੇ ਭੁੱਲ ਜਾਂਦਾ ਸੀ, ਘਰੇ ਕੋਈ ਲੜਾਈਆਂ ਹੋਈਆਂ, ਇੱਕ ਚਾਹ ਇੰਨਾ ਚੜ ਜਾਂਦਾ ਹੁੰਦਾ ਸੀ, ਮੇਰੇ ਪੇਕੇ ਆਏ ਨੇ ਜਾਂ ਕਿਦਾਂ, ਉਦੋਂ ਤੱਕ ਜਿਹੜੀਆਂ ਗੱਲਾਂ ਹੋਈਆਂ ਹੁੰਦੀਆਂ ਸੀ ਉਹ ਭੁੱਲ ਜਾਂਦੀਆਂ ਹੁੰਦੀਆਂ ਸੀਗੀਆਂ। ਤੇ ਰਿਸ਼ਤੇ ਵੀ ਜਿਹੜੇ ਉਹ ਬਰਕਰਾਰ ਸੀਗੇ, ਹਨਾ, ਪਿਆਰ ਸੀ, ਸਹਿਣਸ਼ੀਲਤਾ ਸੀ, ਉਹ ਸਭ ਕੁਝ ਠੀਕ ਸੀਗਾ। ਅੱਜ ਦੇ ਦੌਰ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਹੋਣ ਦੇ ਕਾਰਨ ਹੀ ਬਹੁਤ ਸਾਰੇ ਜਿਹੜੇ ਘਰ ਆ ਉਹ ਟੁੱਟ ਰਹੇ ਆ। ਬਿਲਕੁਲ ਟੁੱਟ ਰਹੇ ਆ। ਔਰ ਮੈਂ ਕਹਿੰਦੀ ਸਹਿਣ ਸ਼ਕਤੀ ਜਿਹੜੀ ਹੁੰਦੀ ਹੈ ਹਨਾ, ਉਹਨੂੰ ਵੀ ਜਦੋਂ ਤੋੜਿਆ ਜਾਂਦਾ ਹੈ ਨਾ, ਤਾਂ ਫਿਰ ਇਨਸਾਨ ਬਹੁਤ ਟੁੱਟ ਜਾਂਦਾ ਆ। ਅਸੀਂ ਗੱਲ ਕਰ ਰਹੇ ਸਹਿਣ ਸ਼ਕਤੀ ਸਾਡੇ 'ਚ ਹੋਣੀ ਚਾਹੀਦੀ ਆ, ਪਰ ਕਈ ਵਾਰ ਅਸੀਂ ਬਹੁਤ ਹੀ ਸਹਿੰਦੇ ਰਹਿੰਦੇ ਆ ਹਰ ਗੱਲ ਨੂੰ, ਚੱਲ ਛੱਡ ਪਰੇ ਕੋਈ ਨਹੀਂ, ਘਰ ਦੇ ਪਰਿਵਾਰ ਨੇ, ਘਰ ਦੇ ਜੀ ਨੇ, ਕਈ ਵਾਰ ਖਾਸ ਕਰਕੇ ਔਰਤਾਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ, ਚੱਲ ਕੋਈ ਗੱਲ ਨਹੀਂ, ਸੱਸ ਬੋਲਦੀ ਬੋਲੀ ਜਾਣ ਦੇ, ਬੋਲੀ ਜਾਣ ਦੇ, ਪਰ ਕਈ ਵਾਰ ਇੰਨੇ ਕੁੜੱਤਣ ਵਾਲੇ ਸ਼ਬਦ ਹੁੰਦੇ ਨੇ, ਉਹਦੀ ਜਿਹੜੀ ਸਹਿਣ ਸ਼ਕਤੀ ਹੁੰਦੀ ਹੈ, ਉਹਦਾ ਸਬਰ ਹੁੰਦਾ ਹੈ, ਉਹ ਟੁੱਟ ਜਾਂਦਾ ਹੈ, ਫਿਰ ਉਹ ਬੋਲਦੀ ਆ। ਇੱਦਾਂ ਹੀ ਆਪਣੇ ਪਤੀ ਦੇ ਨਾਲ ਹੁੰਦਾ ਹੈ, ਜਦੋਂ ਪਤੀ ਬਹੁਤ ਜ਼ਿਆਦਾ ਦੁਰਕਾਰ ਕਰਨ ਲੱਗ ਪੈਂਦਾ, ਉਹਦੀ ਰਿਸਪੈਕਟ ਨਹੀਂ ਕਰਦਾ, ਉਹਨੂੰ ਹਰ ਵੇਲੇ ਕੋਈ ਨਾ ਕੋਈ ਕਮੀਆਂ ਕੱਢੀ ਜਾਣੀਆਂ, ਕੁਛ ਨਾ ਕੁਛ ਕਰੀ ਜਾਣਾ, ਉਹ ਵੀ ਫਿਰ ਸਹਿਣ ਸ਼ਕਤੀ ਉਹਦੀ ਟੁੱਟ ਜਾਂਦੀ ਹੈ, ਹੈ ਨਾ। ਸੋ ਇਹੀ ਕਾਰਨ ਹੁੰਦਾ ਹੈ, ਸਹਿਣ ਸ਼ਕਤੀ ਹੋਣਾ ਬਹੁਤ ਜ਼ਰੂਰੀ ਹੈ, ਪਰ ਕਿਸੇ ਦੀ ਸਹਿਣ ਸ਼ਕਤੀ ਜਿਹੜੀ ਹੈ ਉਸ ਦੀ ਰਿਸਪੈਕਟ ਕਰਨੀ ਵੀ ਬਹੁਤ ਜ਼ਰੂਰੀ ਹੈ, ਤਾਂ ਕਿ ਉਹਦੀ ਮਰਿਆਦਾ ਉਨੀ ਬਣੀ ਰਹੇ। ਔਰ ਜਦੋਂ ਸਹਿਣ ਸ਼ਕਤੀ ਤੁਸੀਂ ਕਿਸੇ ਦੀ ਤੋੜਦੇ ਹੋ, ਉਹਦੇ ਵਰਗਾ ਜਿਹੜਾ ਪਾਪ ਹੁੰਦਾ ਹੈ, ਉਹ ਮੈਨੂੰ ਲੱਗਦਾ ਹੈ ਕਿ ਉਹਦੀ ਸਜ਼ਾ ਜਿਹੜੀ ਹੈਗੀ ਉਹ ਕਦੇ ਤੁਹਾਨੂੰ ਇੱਦਾਂ ਦੀ ਨਹੀਂ ਹੁੰਦੀ ਜਿਹਦੇ ਕਰਕੇ ਤੁਹਾਨੂੰ ਮਾਫ ਕੀਤਾ ਜਾ ਸਕੇ। ਉਹ ਫਿਰ ਤੁਸੀਂ ਖੁਦ ਸੋਚੋ, ਕਿਸੇ ਦੇ ਸਬਰ ਦਾ ਤੁਸੀਂ ਫਲ ਜੇ ਚੰਗਾ ਨਹੀਂ ਦੇ ਸਕਦੇ, ਮਾੜਾ ਵੀ ਨਾ ਦਵੋ, ਹੈ ਨਾ। ਹਰ ਵੇਲੇ ਉਹਦੇ ਮਾਈਂਡ ਨੂੰ ਇੱਕ ਨੈਗੇਟਿਵ ਕਰੀ ਜਾਣਾ, ਸਹਿੰਦੀ ਹੈ, ਠੀਕ ਹੈ, ਤੁਹਾਡੀਆਂ 2 ਗੱਲਾਂ ਸੁਣ ਲੈਂਦੀ ਹੈ, ਚੁੱਪ ਕਰ ਜਾਂਦੀ, ਨਹੀਂ ਮੇਰਾ ਪਰਿਵਾਰ ਹੈ, 4 ਗੱਲਾਂ ਸੁਣਾਉਂਦੇ ਹੋ, ਨਹੀਂ ਕੋਈ ਨਹੀਂ ਮੇਰਾ ਪਰਿਵਾਰ ਹੈ, ਤਦ 6 ਸੁਣਾਉਂਦੇ ਹੋ ਜਾਂ ਉਹਦੇ ਪੇਕਿਆਂ ਨੂੰ ਬੋਲਦੇ ਹੋ ਨਾ, ਫਿਰ ਨਹੀਂ ਸਹਿੰਦੀ, ਫਿਰ ਨਹੀਂ ਔਰਤ ਸਹਿੰਦੀ। ਫਿਰ ਔਰਤ ਨੂੰ ਲੱਗਦਾ ਹੈ ਕਿ ਕਿਉਂ ਮੈਨੂੰ ਜੋ ਮਰਜ਼ੀ ਬੋਲੋ, ਮੇਰੇ ਪੇਕਿਆਂ ਨੂੰ ਕਿਉਂ ਬੋਲਿਆ ਜਾਂਦਾ ਹੈ, ਮੈਂ ਨਹੀਂ ਜਦੋਂ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਬੋਲਦੀ ਹਾਂ ਤਾਂ ਮੇਰੇ ਪੇਕਿਆਂ ਨੂੰ ਕਿਉਂ ਬੋਲਿਆ ਜਾਂਦਾ ਹੈ। ਉਹੀ ਚੀਜ਼ ਦਾ ਨਜਾਇਜ਼ ਫਾਇਦਾ ਫਿਰ ਉਠਾਇਆ ਜਾਂਦਾ ਹੈ ਨਾ। ਉਹ ਕਿਤੇ ਨਾ ਕਿਤੇ, ਮੈਂ ਇਹ ਨਹੀਂ ਕਹਿੰਦੀ ਹਰ ਟਾਈਮ ਸਹਿਣਸ਼ੀਲਤਾ ਕਰਕੇ ਅਸੀਂ ਗਲਤ ਹੁੰਦੇ ਆ, ਕਈ ਵਾਰ ਸਹਿਣਸ਼ੀਲਤਾ ਤੋੜੀ ਜਾਂਦੀ ਹੈ, ਬਿਲਕੁਲ ਆਪ ਨਹੀਂ ਅਸੀਂ ਤੋੜਦੇ, ਉਹਨੂੰ ਤੋੜਿਆ ਜਾਂਦਾ ਹੈ, ਮਜਬੂਰ ਕੀਤਾ ਜਾਂਦਾ ਹੈ ਕਿ ਅਸੀਂ ਬੋਲਣ ਦੇ ਲਈ ਹੋ ਜਾਈਏ। ਸੋ ਆਓ ਫਿਰ ਆਪਾਂ ਵੀ ਜਿੱਥੇ ਸਹਿਣ ਸ਼ਕਤੀ ਸਾਨੂੰ ਚਾਹੀਦੀ ਹੈ ਉੱਥੇ ਅਸੀਂ ਵਰਤੋਂ ਕਰੀਏ, ਔਰ ਸਾਰਿਆਂ ਦੀ ਸਹਿਣ ਸ਼ਕਤੀ ਜਿਹੜੀ ਹੈ ਉਹਦੀ ਰਿਸਪੈਕਟ ਕਰੀਏ। ਜੇ ਕੋਈ ਤੁਹਾਡੀ ਵੇਟ ਕਰਦਾ ਪਿਆ ਹੈ, ਉਹਦੀ ਵੇਟ ਦਾ ਮੁੱਲ ਤਾਰੀਏ। ਜਦੋਂ ਹੁਣ ਮੈਂ ਇਹਨਾਂ ਨੂੰ ਲੈ ਕੇ ਜਾਣਾ ਬਾਹਰ ਘੁਮਾਉਣ ਫਿਰਾਉਣ ਦੇ ਲਈ, ਗੁੱਸੇ ਜਿੰਨੇ ਹੋਏ ਸੀ ਨਾ, ਇਹਨਾਂ ਨੂੰ ਅੱਛੀਆਂ ਅੱਛੀਆਂ ਚੀਜ਼ਾਂ ਦੇ ਕੇ ਮੈਂ ਹੈਪੀ ਕਰ ਦੇਣਾ, ਹੈ ਨਾ। ਨਾਲੇ 400 ਵਾਲੀ ਕੋਟੀ ਦੇਖ ਕੇ ਆਵਾਂਗੇ, ਅੱਜ ਸੰਡੇ ਆ, ਕੀ ਪਤਾ 300 ਦੀ ਲੱਗੀ ਹੋਵੇ, ਸੰਡੇ ਕਰਕੇ ਅੱਜ ਸੰਡੇ ਮਾਰਕੀਟ ਲੈ ਕੇ ਤੁਸੀਂ ਲੱਗ ਗਿਆ ਦਰਸ਼ਕੋ, ਮੈਨੂੰ ਪਤਾ ਲੱਗ ਗਿਆ ਵੀ ਅੱਜ ਸੰਡੇ ਦਾ ਫਾਇਦਾ ਚੱਕਣ ਲੱਗੇ ਨੇ ਕਿ ਵੀ ਸੰਡੇ ਮਾਰਕੀਟ ਦੇ ਵਿੱਚ ਸੇਲ ਲੱਗੀ ਹੋਈ ਹੈ, ਤੇ ਉੱਥੇ ਬਸ ਕੁਛ ਨਾ ਕੁਛ ਲੈ ਕੇ ਤੇ ਖੁਸ਼ ਕਰ ਦੇਣਾ। ਬਿਲਕੁਲ, ਫਿਰ ਆਓ ਫਿਰ ਆਪਣੇ ਰਿਸ਼ਤਿਆਂ ਦੀ ਜਿਹੜੀ ਸਹਿਣਸ਼ੀਲਤਾ ਹੈ, ਜਾਂ ਬਾਹਰ ਅਸੀਂ ਜਿੱਥੇ ਵੀ ਵਿਚਰਦੇ ਹਾਂ ਉੱਥੇ ਸਹਿਣ ਸ਼ਕਤੀ ਆਪਣੀ ਦਿਖਾਈਏ, ਜ਼ਰੂਰ ਦਿਖਾਈਏ, ਔਰ ਕਿਸੇ ਦੀ ਸਹਿਣ ਸ਼ਕਤੀ ਨੂੰ ਨਾ ਤੋੜੀਏ, ਤਾਂ ਕਿ ਸਾਡੇ ਜਿਹੜੇ ਰਿਸ਼ਤੇ ਨੇ, ਸਾਡੀ ਜ਼ੁਬਾਨ ਹੈ, ਉਹ ਹਮੇਸ਼ਾ ਮਿਠਾਸ ਹੀ ਫੈਲਾਉਂਦੀ ਰਹੇ। ਸੋ ਤੁਸੀਂ ਦੇਖਿਆ ਸਾਡਾ ਅੱਜ ਦਾ ਪ੍ਰੋਗਰਾਮ, ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਸਾਨੂੰ ਲਿਖ ਭੇਜਣਾ, ਔਰ ਅਗਲੇ ਪ੍ਰੋਗਰਾਮ ਦੇ ਲਈ ਨਵਾਂ ਇੱਕ ਟੌਪਿਕ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਤਦ ਤੱਕ ਲਈ ਮੈਨੂੰ ਕਮਲਪ੍ਰੀਤ ਕੌਰ ਨੂੰ ਤੇ ਮੈਨੂੰ ਰੀਨਾ ਸੁਮਨ ਨੂੰ ਦਿਓ ਇਜਾਜ਼ਤ। ਸ਼ੁਕਰੀਆ।